हाँ जी, सत श्री अकाल जी सारिਆਂ ਨੂੰ। ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਚੈਨਲ ਹੈ ਪਰਮਾਰ ਐਜੂਕੇਸ਼ਨ, ਜਿਹਦੇ ਤੇ ਆਪਾਂ ਖਾਸ ਤੌਰ ਤੇ ਪੰਜਾਬੀ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਜਿਹੜਾ ਵਾ ਤਿਆਰੀ ਕਰਵਾ ਰਹੇ ਹਾਂ। ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਵੀ ਹੋਈਆਂ ਨੇ ਤੇ ਰੀਸੈਂਟਲੀ ਆਪਣੇ ਜਿਹੜੇ ਆ ਉਹ 2 ਕੋਰਸ ਲਾਂਚ ਹੋਏ ਨੇ। ਹੁਣ ਪਹਿਲਾਂ ਮੈਂ ਉਹਨਾਂ ਬਾਰੇ ਜਾਣਕਾਰੀ ਦੇ ਦਾਂ, ਫਿਰ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਹਾਂ। ਉਹ ਵੀ ਬੜਾ ਇੰਪੋਰਟੈਂਟ ਹੈ, ਛੋਟਾ ਜਿਹਾ ਟੌਪਿਕ ਹੈ ਤੇ ਪਰ ਇੰਪੋਰਟੈਂਟ ਬੜਾ ਹੈ। ਉਹ ਕਿਉਂ ਲੈ ਕੇ ਆਏ ਆਪਾਂ ਅੱਜ ਦਾ ਵਿਸ਼ਾ? ਕਿਉਂਕਿ ਇਹਦੇ ਵਿੱਚ ਜਿਹੜਾ ਵਾ ਮੋਸਟਲੀ ਸਟੂਡੈਂਟ ਨੂੰ ਕਨਫਿਊਜ਼ਨ ਹੈਗੀ ਆ 2-3 ਗੱਲਾਂ ਦੇ ਵਿੱਚ। ਉਹ ਹੈਗਾ ਗਜ਼ਲ ਆਪਾਂ ਅੱਜ ਕਰਾਂਗੇ, ਠੀਕ ਹੈ। ਇਹਦੇ ਵਿੱਚ ਮੋਸਟਲੀ ਕਨਫਿਊਜ਼ਨ ਹੈਗੀ ਆ 2-3 ਕੁਐਸਚਨਾਂ ਦੇ ਵਿੱਚ। ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਗਜ਼ਲ ਬਾਰੇ ਤੇ ਸਾਰੇ ਕਨਸੈਪਟ ਕਲੀਅਰ ਹੋ ਜਾਣਗੇ। ਤੇ ਇਸ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਕਰਦੇ ਆ ਉਹ ਹੈਗੀ ਆ ਆਪਣੇ ਜਿਹੜੇ 2 ਬੈਚ ਸ਼ੁਰੂ ਹੋਣ ਜਾ ਰਹੇ ਆ। ਇੱਕ ਹੈਗਾ ਵਾ 6 ਜੁਲਾਈ ਨੂੰ, 6 ਜੁਲਾਈ ਜਾਂ ਇਹਦੇ ਤੋਂ 2-4 ਦਿਨ ਅੱਗੇ ਪਿੱਛੇ ਹੋ ਸਕਦੇ ਆ। 6 ਜਾਂ 10 ਦੇ ਵਿੱਚ ਬੈਚ ਸ਼ੁਰੂ ਹੋ ਜਾਣਾ। ਗ੍ਰਾਮਰ ਦਾ ਬੈਚ, ਪੰਜਾਬੀ ਵਿਆਕਰਨ, ਠੀਕ ਹੈ। ਪੰਜਾਬੀ ਵਿਆਕਰਨ ਦਾ ਬੈਚ ਸ਼ੁਰੂ ਹੋਣ ਜਾ ਰਿਹਾ ਵਾ 6 ਜੁਲਾਈ ਜਾਂ 10 ਜੁਲਾਈ ਦੇ ਵਿੱਚ। 1 ਮਹੀਨਾ ਜਾਂ 15-20 ਦਿਨ ਦੇ ਵਿੱਚ ਜਿਹੜਾ ਵਾ ਗ੍ਰਾਮਰ ਆਪਾਂ ਸਾਰੀ ਕਵਰ ਕਰਾਂਗੇ। ਨਾਲ ਤੁਹਾਨੂੰ ਐਕਸਟਰਾ ਵੀ ਮੈਂ ਕਰਵਾ ਦੂੰਗਾ, ਲੋਕਧਾਰਾ ਸੱਭਿਆਚਾਰ ਦੇ ਵਿੱਚ ਹੀ ਕਰਵਾ ਦੂੰਗਾ ਐਕਸਟਰਾ। ਤੇ ਵੈਸੇ ਪੰਜਾਬੀ ਗ੍ਰਾਮਰ ਦਾ ਬੈਚ ਆ ਤੇ ਇਹਦੀ ਫੀਸ ਜਿਹੜੀ ਆ ਉਹ 1000 ਰੁਪਈਆ ਵਾ। ਪਹਿਲਾਂ ਵੀ ਸਟੂਡੈਂਟ ਨੇ ਲਿਆ ਸੀ ਬੈਚ, ਕਾਫੀ ਸਟੂਡੈਂਟਸ ਨੇ ਲਿਆ ਸੀ। ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਜੇ, ਬੜਾ ਹੀ ਵਧੀਆ ਬੈਚ ਰਿਹਾ ਵਾ। ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਇਹਦੇ ਵਿੱਚ ਤੁਹਾਨੂੰ। ਕੋਈ ਗ੍ਰਾਮਰ ਦਾ ਕੁਐਸਚਨ ਗਲਤ ਹੋਣ ਦੇ ਚਾਂਸਸ ਜਿਹੜੇ ਆ ਉਹ ਕਾਫੀ ਘਟ ਜਾਣਗੇ। ਜਿਹੜੇ ਕੁਐਸਚਨ ਆ ਕਾਫੀ ਅਟੈਂਪਟ ਕਰਕੇ ਆਓਗੇ ਪੇਪਰ ਦੇ ਵਿੱਚ ਗ੍ਰਾਮਰ ਦੇ। ਇਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਤੇ ਇੱਕ ਜਿਹੜੀ ਨਵੀਂ ਚੀਜ਼ ਤੁਹਾਡੇ ਲਈ ਲੈ ਕੇ ਆਏ ਆ ਉਹ ਹੈਗੀ ਟੈਸਟ ਸੀਰੀਜ਼। ਪੰਜਾਬੀ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਟੈਸਟ ਸੀਰੀਜ਼ ਲੈ ਕੇ ਆਏ ਆ। ਇਹਦੀ ਵੀ ਫੀਸ 1000 ਹੈ। ਇਹਦੀ ਡਿਟੇਲ ਵੀਡੀਓ ਮੈਂ ਬਣਾਈ ਹੋਈ ਆ ਜਿਹਦੇ ਵਿੱਚ ਮੈਂ ਦੱਸਿਆ ਵਾ ਕਿੰਨੇ ਟੈਸਟ ਹੋਣਗੇ, ਕਿੱਦਾਂ ਹੋਣਗੇ। ਕਾਫੀ ਤੁਹਾਨੂੰ ਟੈਸਟ ਦਊਂਗਾ ਇਹਦੇ ਵਿੱਚ। ਮੈਂ ਮੌਕ ਟੈਸਟ ਵੀ ਦਊਂਗਾ 150 ਨੰਬਰ ਦਾ ਬਣਾ ਕੇ ਇੱਕ। ਤੇ ਬਾਕੀ ਉਦਾਂ ਪਾਰਟ ਦੇ ਵਿੱਚ ਟੈਸਟ ਮਿਲਣਗੇ ਸਾਰੇ ਸਿਲੇਬਸ ਦੇ ਵਿੱਚੋਂ। ਉਹਦੇ ਵਿੱਚ ਤੁਹਾਡੀ ਵਧੀਆ ਪ੍ਰੈਪਰੇਸ਼ਨ ਹੋ ਜੂਗੀ। ਤੇ ਨਾਲੇ ਦੂਜੀ ਗੱਲ, ਆਪਣਾ ਉਹ ਕੰਮ ਨਹੀਂ ਹੈਗਾ ਵੀ ਐਵੇਂ ਫਾਲਤੂ ਪ੍ਰਸ਼ਨ ਬਣਾ ਦੇਈ ਜਾਣੇ ਜਾਂ MCQs ਵਾਲੀਆਂ ਕਿਤਾਬਾਂ ਚੋਂ ਵੇਖ ਬਣਾ ਦੇਈ ਜਾਣੇ। ਉਹ ਆਪਣਾ ਕੰਮ ਨਹੀਂ ਹੈਗਾ, ਆਪਾਂ ਉਹ ਕੰਮ ਕਰਨਾ ਵੀ ਨਹੀਂ ਆ। ਪ੍ਰਸ਼ਨ ਉਹ ਹੋਣਗੇ ਜਿਹੜੇ ਵਾਕਈ ਪੇਪਰ 'ਚ ਆਉਣ ਦੀ ਸੰਭਾਵਨਾ ਵਾ ਤੇ ਬਿਲਕੁਲ ਮਾਸਟਰ ਕੈਡਰ ਦੇ ਲੈਵਲ ਨੂੰ ਮੱਦੇਨਜ਼ਰ ਮਾਇਨੇ ਰੱਖਦੇ ਹੋਏ ਪ੍ਰਸ਼ਨ ਬਣਾਏ ਜਾਣਗੇ। ਇਹ ਨਹੀਂ ਹੋਊਗਾ ਵੀ ਐਵੇਂ ਫਾਲਤੂ ਬਣਾ ਦਿੱਤੇ ਜੀ, ਜੋ ਮਰਜ਼ੀ ਪੁੱਛਿਆ ਹੋਵੇ ਤਾਂ ਜਿੰਨੇ ਮਰਜ਼ੀ ਪ੍ਰਸ਼ਨ ਬਣਵਾ ਲਓ ਮੇਰੇ ਕੋਲੋਂ। ਫਾਲਤੂ ਇੱਕ ਵੀ ਨਹੀਂ ਆਉਂਦਾ ਹੋਊਗਾ ਤੁਹਾਨੂੰ, ਮੈਂ ਇਦਾਂ ਦੇ ਪ੍ਰਸ਼ਨ ਵੀ ਬਣਾ ਦੂੰਗਾ। ਪਰ ਫਾਇਦਾ ਕੀ ਆ? ਪ੍ਰਸ਼ਨ ਉਹ ਬਣਾਓ ਜਿਹਦੇ ਆਉਣ ਦੀ ਸੰਭਾਵਨਾ ਵੀ ਹੈਗੀ ਹੈ ਤੇ ਜਿੱਥੇ ਸਟੂਡੈਂਟ ਨੂੰ ਆਪਣਾ ਲੈਵਲ ਪਤਾ ਲੱਗੇ ਅਸਲ ਦੇ ਵਿੱਚ ਵੀ ਇੰਨੀ ਕੁ ਇਹ ਮਾਸਟਰ ਕੈਡਰ ਦਾ ਲੈਵਲ ਇਹ ਆ ਤੇ ਸਾਡੀ ਤਿਆਰੀ ਕਿੰਨੀ ਆ। ਪੇਪਰ ਦਾ ਪਤਾ, ਜਦੋਂ ਕੋਈ ਵੀ ਪੇਪਰ ਆਪਾਂ ਟਾਰਗੇਟ ਕਰਨਾ ਹੋਵੇ, ਕੋਈ ਵੀ ਪੇਪਰ ਦੇਣਾ ਹੋਵੇ, ਸਭ ਤੋਂ ਪਹਿਲਾਂ ਉਹਦਾ ਲੈਵਲ ਚੈੱਕ ਕਰੀਦਾ ਹੁੰਦਾ ਪੇਪਰ ਦਾ। ਭਾਵੇਂ ਉਹ UGC ਨੈਟ ਲੈਵਲ ਦਾ ਵਾ, ਭਾਵੇਂ ਮੈਰੀਟੋਰੀਅਸ ਸਕੂਲ ਦਾ ਵਾ, ਭਾਵੇਂ ਲੈਕਚਰਾਰ ਦਾ ਵਾ ਤੇ ਭਾਵੇਂ ਮਾਸਟਰ ਕੈਡਰ ਹੈ। ਹਰੇਕ ਪੇਪਰ ਦਾ ਆਪਣਾ ਆਪਣਾ ਲੈਵਲ ਹੁੰਦਾ ਜੇ ਤੇ ਵੱਖੋ ਵੱਖਰਾ ਹੁੰਦਾ ਵਾ। ਕਈ ਕੀ ਕਰਦੇ ਆ ਜੀ, ਵਿੱਚੇ ਹੀ ਮੈਰੀਟੋਰੀਅਸ ਵਾਸਤੇ, ਵਿੱਚੇ ਹੀ ਲੈਕਚਰਾਰ ਵਾਸਤੇ, ਵਿੱਚੇ ਹੀ ਮਾਸਟਰ ਕੈਡਰ ਵਾਸਤੇ ਇੱਕੋ ਹੀ ਕੁਐਸਚਨ ਬਣਾਈ ਜਾਂਦੇ ਆ। ਉਹ ਗਲਤ ਕੀ ਗੱਲ ਆ? ਉਹਨਾਂ ਨੂੰ ਆਪ ਨੂੰ ਨਹੀਂ ਪਤਾ। ਮੈਂ ਤੁਹਾਨੂੰ ਸਾਫ਼ ਕਹਿਣਾ ਵਾ, ਜੇ ਪਤਾ ਹੋਵੇ ਤੇ ਇਦਾਂ ਉਹ ਬੰਦਾ ਕਰੇ ਹੀ ਨਾ ਜਿਹਨੂੰ ਇੰਨੀ ਗੱਲ ਪਤਾ ਵਾ ਕਿ ਹਰੇਕ ਪੇਪਰ ਦਾ ਲੈਵਲ ਵੱਖੋ ਵੱਖਰਾ ਵਾ। ਉਹਨਾਂ ਨੂੰ ਆਪ ਨੂੰ ਨਹੀਂ ਪਤਾ, ਐਵੇਂ ਤੁਹਾਨੂੰ ਵੀ ਉਧਰ ਲਾਈ ਜਾਂਦੇ ਆ ਆਪਣੇ ਪਿੱਛੇ ਵੀ ਆਹ ਵੀ ਕਰ ਲਓ, ਮੈਰੀਟੋਰੀਅਸ 'ਚ ਵੀ ਆ ਸਕਦਾ, ਮਾਸਟਰ ਕੈਡਰ 'ਚ ਵੀ ਆ ਸਕਦਾ। ਇਹਦੇ 'ਚ ਵੀ ਇੱਕ ਲੈਵਲ ਹੁੰਦਾ ਵਾ ਪੇਪਰ ਹਰੇਕ ਦਾ। ਇਹ ਗੱਲ ਪਹਿਲਾਂ ਧਿਆਨ ਦੇ ਵਿੱਚ ਰੱਖੋ। ਤੁਸੀਂ ਮੰਨ ਲਓ ਮੈਰੀਟੋਰੀਅਸ ਦੀ ਤਿਆਰੀ ਕਰਦੇ ਪਏ ਜੇ, ਤੁਹਾਨੂੰ ਮਾਸਟਰ ਕੈਡਰ ਦੀ ਤਿਆਰੀ ਕਰਦੇ ਪਏ, ਮੰਨ ਕੇ ਚੱਲੋ ਤੁਸੀਂ ਪੇਪਰ ਮਾਸਟਰ ਕੈਡਰ ਦਾ ਦੇਣਾ ਤੇ ਪੜ੍ਹੀ ਤੁਸੀਂ ਮੈਰੀਟੋਰੀਅਸ ਦਾ ਜਾਂਦੇ ਜੇ, ਉਹ ਹਾਈ ਲੈਵਲ ਦਾ। ਪੜ੍ਹੀ ਤੁਸੀਂ ਲੈਕਚਰਾਰ ਦਾ ਜਾਂਦੇ ਜੇ ਤੇ ਮਾਸਟਰ ਕੈਡਰ ਤੇ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਉਹ ਸਾਰੀਆਂ ਮਿਸ ਕਰ ਜਾਣੀਆਂ ਤੁਸੀਂ। ਉੱਥੇ ਫਿਰ ਸਟੂਡੈਂਟ ਦੇ ਕੁਐਸਚਨ ਗਲਤ ਹੁੰਦੇ ਆ ਤੇ ਫਿਰ ਉੱਥੇ ਪਤਾ ਆ ਕੇ ਕੀ ਕਹਿੰਦੇ ਹੁੰਦੇ ਜੀ ਉਹਦੇ ਸੌਖੇ ਜਿਹੇ ਹੀ, ਉਹਦੇ ਸੌਖੇ ਸਾਡੇ ਕੋਲ ਗਲਤ ਹੋ ਗਏ। ਉਹ ਐਵੇਂ ਹੀ ਗਲਤ ਹੋ ਗਏ, ਭੁੱਲ ਗਏ, ਸਾਨੂੰ ਆਏ ਨਹੀਂ ਯਾਦ। ਤੇ ਕਿਉਂ ਨਹੀਂ ਯਾਦ ਆਏ? ਪਹਿਲਾਂ ਚੰਗੀ ਤਰ੍ਹਾਂ ਪੱਕੇ ਕਰਕੇ ਨਹੀਂ ਗਏ ਤੁਸੀਂ ਉਹਨਾਂ ਨੂੰ। ਇੱਥੇ ਮਾਰ ਖਾਂਦੇ ਆ ਬੱਚੇ ਤੇ ਪਿਛਲੀ ਵਾਰੀ ਵੀ ਖਾਧੀ ਸੀ ਜ਼ਿਆਦਾਤਰ ਇੱਥੇ ਹੀ, ਵੀ ਉਹ ਗਾਂ ਦੀ ਗਾਂ ਭੱਜੇ ਗਏ ਤੇ ਪਿੱਛੇ ਦਾ ਚੇਤਾ ਹੀ ਨਹੀਂ। ਉਹ ਪੰਜਾਬੀ 'ਚ ਕਹਾਵਤ ਵੀ ਵਰਤਦੇ ਹੁੰਦੇ ਆ ਵੀ ਅੱਗੇ ਹੀ ਦੌੜਦੇ ਗਏ ਤੇ ਪਿੱਛਾ ਜਿਹੜਾ ਵਾ ਉਹ ਪਿੱਛੇ ਛੁੱਟਦਾ ਗਿਆ, ਪਿੱਛਾ ਚੌੜ ਹੁੰਦਾ ਗਿਆ, ਉਹ ਪਤਾ ਹੀ ਨਹੀਂ ਵੀ ਪਿੱਛੇ ਕੀ ਬਣਿਆ ਕੀ ਨਹੀਂ। ਤੇ ਉਦਾਂ ਨਹੀਂ ਕਰਨਾ। ਸਭ ਤੋਂ ਪਹਿਲਾਂ ਲੈਵਲ ਦੇਖਣਾ ਵਾ ਮਾਸਟਰ ਕੈਡਰ ਦਾ ਕੀ ਆ, ਉਹਦੇ ਅਕੋਰਡਿੰਗ ਹੀ ਸਾਰੀ ਟੈਸਟ ਸੀਰੀਜ਼ ਬਣੂਗੀ ਮਾਸਟਰ ਕੈਡਰ ਦੇ ਲੈਵਲ ਦੇ ਅਕੋਰਡਿੰਗ। ਇਹ ਨਹੀਂ ਵੀ ਵਿੱਚੇ ਹੀ ਮੈਂ ਮੈਰੀਟੋਰੀਅਸ ਵਾਲੇ ਪਾਈ ਜਾਵਾਂ, ਵਿੱਚੇ ਹੀ ਲੈਕਚਰਾਰ ਵਾਲੇ ਵਾਧੂ ਫਾਲਤੂ ਪੁੱਛੀ ਜਾਵਾਂ। ਤੁਹਾਨੂੰ ਜਿੰਨੇ ਮਰਜ਼ੀ ਕੁਐਸਚਨ ਮੇਰੇ ਕੋਲ ਫਾਲਤੂ ਬਣਾ ਲਓ, ਮੈਂ ਬਣਾ ਦੂੰਗਾ। ਇੱਕ ਵੀ ਨਹੀਂ ਆਊਗਾ ਏਡੇ ਔਖੇ ਬਣਾ ਕੇ ਦੇ ਸਕਦਾ ਵਾਂ। ਪਰ ਫਾਇਦਾ ਕੀ ਆ? ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਉਹ ਚੀਜ਼ ਦਾ। ਪੇਪਰ 'ਚ ਕੁਐਸਚਨ ਉਹ ਬਣਾਉਂਗਾ ਜਿਹਦਾ ਵਾਕਈ ਫਾਇਦਾ ਹੋਵੇ ਤੁਹਾਨੂੰ ਇਹ ਟੈਸਟ ਸੀਰੀਜ਼ ਦੇ ਵਿੱਚ, ਠੀਕ ਹੈ। ਬਾਕੀ ਤੁਸੀਂ ਦੇਖ ਲਿਓ, ਜਿਹਦਾ ਹੈਗਾ ਵਾ ਇਰਾਦਾ ਲੈਣ ਦਾ ਉਹ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਜੇ। ਆਹ 2 ਨੰਬਰ ਹੈਗੇ ਆ ਮੇਰੇ 8289094633 82890 94633 ਤੇ ਇੱਕ ਆ ਜਿਹੜਾ ਨੰਬਰ ਆ 8146 28 2707।
ਇਹਨਾਂ ਦੋਵਾਂ ਨੰਬਰਾਂ ਦੇ ਕਿਸੇ ਤੇ ਵੀ ਕੰਟੈਕਟ ਤੁਸੀਂ ਕਰ ਲਿਓ। ਟੈਸਟ ਸੀਰੀਜ਼ ਲੈਣੀ ਹੋਵੇ ਉਹਦੇ ਰਿਗਾਰਡਿੰਗ, ਗ੍ਰਾਮਰ ਦਾ ਬੈਚ ਲੈਣਾ ਹੋਵੇ ਉਹਦੇ ਰਿਗਾਰਡਿੰਗ, ਮੈਂ ਟੈਲੀਗ੍ਰਾਮ ਤੇ ਮੇਰਾ ਗਰੁੱਪ ਵੀ ਹੈਗਾ ਵਾ, ਪਰਮਾਰ ਐਜੂਕੇਸ਼ਨ ਨਾਮ ਤੇ ਸਰਚ ਕਰ ਦਿਓ, ਗਰੁੱਪ ਨਿਕਲ ਆਵੇਗਾ। ਤੇ ਉਹਦੇ ਵਿੱਚ ਮੈਂ ਪਾਏ ਵੀ ਹੋਏ ਆ, ਪੋਲ ਪਾਏ ਹੋਏ ਬਣਾ ਕੇ, ਜਿਹੜਾ ਵਾਕਈ ਲੈਵਲ ਹੈ ਮਾਸਟਰ ਕੈਡਰ ਦਾ ਉਹ ਚੈੱਕ ਕਰਕੇ ਵੇਖਿਓ ਅਸਲ ਦੇ ਵਿੱਚ ਵੀ ਲੈਵਲ ਕੀ ਆ ਮਾਸਟਰ ਕੈਡਰ ਦਾ। ਤੇ ਗ੍ਰਾਮਰ ਦੇ ਕੁਐਸਚਨ ਡੀਪ ਆਉਂਦੇ ਜੇ, ਇਹ ਧਿਆਨ ਨਾਲ ਕਰਨੀ ਪੈਣੀ ਗ੍ਰਾਮਰ। ਤੇ ਗ੍ਰਾਮਰ ਮੈਂ ਕਰਾਉਂਗਾ, ਵਧੀਆ ਕਰਾਉਂਗਾ, ਅੱਗੇ ਵੀ ਕਰਾਈ ਆ, ਤੁਸੀਂ ਲੈ ਕੇ ਦੇਖ ਸਕਦੇ ਜੇ ਬੈਚ, ਪਤਾ ਲੱਗ ਜੂਗਾ। ਤੇ ਗ੍ਰਾਮਰ ਦੇ ਵਿੱਚ ਸੀਟਸ ਜਿਹੜੀਆਂ ਉਹ 20 ਸੀਟਸ ਬਸ ਅਵੇਲੇਬਲ ਜੇ, ਇਹਦੇ ਵਿੱਚ ਹੋਰ ਨਹੀਂ ਸੀਟਸ ਹੈਗੀਆਂ, ਕਿਉਂਕਿ ਪਹਿਲੇ ਸਟੂਡੈਂਟ ਹੈ ਉਹਨਾਂ ਦੇ ਨਾਲ ਹੀ ਤੁਹਾਨੂੰ ਕਰਾਉਣੀਆਂ ਅਟੈਚ ਕਰਾ ਕੇ, ਤੇ ਇਸ ਕਰਕੇ ਇਹਦੇ 'ਚ ਸੀਟਸ ਜਿਹੜੀਆਂ ਵਾ ਇੰਨੀਆਂ ਹੀ ਆ। ਹੁਣ ਆਪਾਂ ਗੱਲਬਾਤ ਕਰਦੇ ਆ ਆਪਣਾ ਜਿਹੜਾ ਅੱਜ ਦਾ ਟੌਪਿਕ ਆ ਗਜ਼ਲ, ਉਹ ਕੀ ਹੈਗੀ ਆ, ਕਿੱਥੋਂ ਆ ਗਈ ਗਜ਼ਲ ਆਪਣੇ ਕੋਲ, ਪੰਜਾਬੀ ਦੇ ਪਹਿਲੇ ਗਜ਼ਲਕਾਰ ਕਿਹੜੇ ਆ, ਕਿਹੜੀ ਸਦੀ ਦੇ ਵਿੱਚ ਗਜ਼ਲ ਪੰਜਾਬੀ ਦੇ ਵਿੱਚ ਆਈ ਆ, ਤੇ ਗਜ਼ਲ ਦੇ ਅਰਥ ਕੀ ਹੈਗੇ ਆ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ ਇਸੇ ਵੀਡੀਓ ਦੇ ਵਿੱਚ। ਸ਼ੁਰੂ ਕਰਦੇ ਆ ਆਪਾਂ ਗਜ਼ਲ। ਸਭ ਤੋਂ ਪਹਿਲਾਂ ਜੇ ਆਪਾਂ ਗਜ਼ਲ ਦੀ ਗੱਲ ਕਰੀਏ ਤੇ ਇਹਦੇ ਇੱਕ ਨੰਬਰ ਦਾ ਪ੍ਰਸ਼ਨ ਹੀ ਬਣ ਜਾਂਦਾ ਵੀ ਗਜ਼ਲ ਜਿਹੜਾ ਵਾ ਉਹ ਕਿਹੜੀ ਭਾਸ਼ਾ ਦਾ ਸ਼ਬਦ ਆ। ਸਿੱਧਾ ਹੀ ਤੁਹਾਨੂੰ ਪੁੱਛ ਲੈਂਦੇ, ਤੁਹਾਨੂੰ ਸਾਰਿਆਂ ਨੂੰ ਪਤਾ। ਸਭ ਤੋਂ ਪਹਿਲਾਂ ਤੁਸੀਂ ਜਿਹੜਾ ਵਾ ਯਾਦ ਰੱਖਣਾ, ਗਜ਼ਲ ਕੀ ਆ, ਅਰਬੀ ਭਾਸ਼ਾ ਦਾ ਸ਼ਬਦ ਆ। ਜਿਹੜੀ ਗਜ਼ਲ ਹੈ ਨਾ, ਇਹ ਅਰਬੀ ਤੋਂ ਫਾਰਸੀ ਤੋਂ ਜਿਹੜਾ ਵਾ ਬਾਅਦ ਵਿੱਚ ਇੱਧਰ ਆਪਣੇ ਹਿੰਦੀ, ਪੰਜਾਬੀ ਇਦਾਂ ਆਈ ਆ ਆਪਣੇ ਪੰਜਾਬੀ ਦੇ ਵਿੱਚ। ਮੁੱਖ ਤੌਰ ਤੇ ਇਹਨੂੰ ਫਾਰਸੀ ਕਾਵ ਰੂਪ ਕਿਹਾ ਜਾਂਦਾ ਗਜ਼ਲ ਨੂੰ, ਚੇਤਾ ਰੱਖ ਲਿਓ। ਫਾਰਸੀ ਕਾਵ ਰੂਪ ਆ, ਸ਼ਬਦ ਕਿਹੜੀ ਭਾਸ਼ਾ ਦਾ ਵਾ, ਅਰਬੀ ਭਾਸ਼ਾ ਦਾ। ਜ਼ਿਆਦਾਤਰ ਜਿੰਨੇ ਵੀ ਸ਼ਬਦ ਫਾਰਸੀ ਭਾਸ਼ਾ ਦੇ ਵਿੱਚ ਵਰਤੇ ਗਏ ਉਹ ਅਰਬੀ ਦੇ ਹੀ ਹੈਗੇ ਆ, ਅਰੇਬਿਕ ਲੈਂਗੁਏਜ ਦੇ, ਅਰਬੀ ਭਾਸ਼ਾ ਦੇ। ਤੇ ਇਸੇ ਕਰਕੇ ਗਜ਼ਲ ਸ਼ਬਦ ਵੀ ਕੀ ਆ, ਅਰਬੀ ਭਾਸ਼ਾ ਦਾ ਵਾ, ਤੇ ਕਾਵ ਰੂਪ ਆ ਉਹ ਫਾਰਸੀ ਕਾਵ ਰੂਪ ਆ। ਫਾਰਸੀ ਦੇ ਵਿੱਚ ਕਾਫੀ ਮਸ਼ਹੂਰ ਕਾਵ ਰੂਪ ਆ ਗਜ਼ਲ। ਤੇ ਇੱਕ ਹੋਰ ਚੀਜ਼ ਤੇ ਮੈਂ ਤੁਹਾਨੂੰ ਦੱਸਣਾ, ਇਹਦੇ ਨਾਲ ਸੰਬੰਧਿਤ ਜੇ ਤੁਹਾਨੂੰ ਗ੍ਰੰਥ ਆ ਜੇ ਵੀ ਗਜ਼ਲ ਜਾਂ ਛੰਦ ਸ਼ਾਸਤਰ, ਜਿਹੜਾ ਫਾਰਸੀ ਛੰਦ ਸ਼ਾਸਤਰ ਤੁਹਾਨੂੰ ਪੁੱਛ ਲੈਣ, ਉਹਦੇ ਨਾਲ ਸੰਬੰਧਿਤ ਗ੍ਰੰਥ ਕਿਹੜਾ ਵਾ, ਤੇ ਉਹਨੂੰ ਅਰੂਜ਼ ਕਹਿੰਦੇ ਆ। ਉਹਦਾ ਨਾਂ ਇੱਕ ਚੇਤਾ ਰੱਖਿਓ, ਛੋਟਾ ਜਿਹਾ ਪ੍ਰਸ਼ਨ ਆ ਇਹਨਾਂ ਦਾ ਪੇਪਰ। ਇੱਕ ਹੈਗਾ ਭਾਰਤੀ ਛੰਦ ਸ਼ਾਸਤਰ, ਭਾਰਤੀ ਛੰਦ ਸ਼ਾਸਤਰ ਨਾਲ ਸੰਬੰਧਿਤ ਆ ਜੇ ਤੇ ਉਹ ਪਿੰਗਲ ਆ, ਤੁਹਾਨੂੰ ਪਤਾ। ਭਾਰਤੀ ਛੰਦ ਸ਼ਾਸਤਰ ਨਾਲ ਸੰਬੰਧਿਤ ਜਿਹੜਾ ਗ੍ਰੰਥ ਆ ਉਹ ਪਿੰਗਲ ਆ। ਤੇ ਜੇ ਆਪਾਂ ਗੱਲ ਕਰੀਏ ਫਾਰਸੀ ਕਾਵ ਰੂਪ ਜਾਂ ਫਾਰਸੀ ਛੰਦ ਸ਼ਾਸਤਰ ਦੇ ਨਾਲ ਸੰਬੰਧਿਤ ਜਿਹੜਾ ਗ੍ਰੰਥ ਆ ਉਹ ਅਰੂਜ਼ ਆ। ਬਸ ਇੰਨਾ ਚੇਤਾ ਰੱਖਣਾ। ਹੁਣ ਕਰਦੇ ਆ ਗਜ਼ਲ ਬਾਰੇ ਗੱਲ। ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਆ। ਇਹਦੇ ਅੱਖਰੀ ਅਰਥ ਕੀ ਹੈਗੇ ਆ? ਇਹਦੇ ਅੱਖਰੀ ਅਰਥ ਆਮ ਤੌਰ ਤੇ ਜਿਹੜੇ ਆ ਕਾਫੀ ਅਰਥ ਨਿਕਲਦੇ ਆ ਇਹਦੇ ਗਜ਼ਲ ਦੇ, ਮੈਂ ਤੁਹਾਨੂੰ ਸਾਰੇ ਦੱਸੂਗਾ ਕੀ ਕੀ ਨਿਕਲਦੇ ਆ। ਆਮ ਤੌਰ ਤੇ ਇਹਦੇ ਅੱਖਰੀ ਅਰਥ ਕੀਤੇ ਜਾਂਦੇ ਆ ਔਰਤਾਂ ਨਾਲ ਗੱਲਾਂ ਕਰਨੀਆਂ। ਤੁਸੀਂ ਲਿਖ ਸਕਦੇ ਜੇ, ਛੋਟੇ ਛੋਟੇ ਕੁਐਸਚਨ ਵੀ ਆ ਸਕਦੇ ਤੁਹਾਨੂੰ ਇਸ ਲੈਵਲ ਦੇ। ਤੇ ਔਰਤਾਂ ਨਾਲ ਗੱਲਾਂ ਕਰਨੀਆਂ ਆਮ ਤੌਰ ਤੇ ਇਹਦੇ ਅੱਖਰੀ ਅਰਥ ਨਿਕਲਦੇ ਆ, ਜਾਂ ਕਹਿ ਦਿੰਦੇ ਆ ਔਰਤਾਂ ਦੀ ਸੁੰਦਰਤਾ ਦਾ ਵਰਣਨ ਕਰਨਾ, ਉਹਨੂੰ ਗਜ਼ਲ ਕਹਿ ਦਿੰਦੇ ਆ। ਔਰਤਾਂ ਨਾਲ ਗੱਲਾਂ ਕਰਨੀਆਂ, ਔਰਤਾਂ ਦੀ ਸੁੰਦਰਤਾ ਦਾ ਵਰਣਨ ਕਰਨਾ, ਉਹਨੂੰ ਗਜ਼ਲ ਕਹਿ ਦਿੱਤਾ ਜਾਂਦਾ। ਹੋਰ ਇਹਦੇ ਬਾਰੇ ਕੀ ਵਿਚਾਰਧਾਰਾ ਵਾ? ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਅਰਬ ਦੇਸ਼ ਦੇ ਜਿਹੜੇ ਸ਼ਿਕਾਰੀ ਕੁੱਤੇ ਸੀ, ਜਦੋਂ ਹਿਰਨ ਦਾ ਪਿੱਛਾ ਕਰਦੇ ਸੀ ਤੇ ਜਦੋਂ ਹਿਰਨ ਥੱਕ ਹਾਰ ਕੇ ਜਿਹੜਾ ਸੀ ਸਾਹ ਲੈਣ ਲਈ ਰੁਕਦਾ ਸੀ, ਤੇ ਜਦੋਂ ਉਹ ਆਪਣੇ ਮਗਰ ਪਏ ਕੁੱਤਿਆਂ ਨੂੰ ਦੇਖਦਾ ਸੀ ਤੇ ਉਹਦੇ ਅੰਦਰੋਂ ਇੱਕ ਚੀਕ ਨਿਕਲਦੀ ਸੀ। ਉਹ ਚੀਕ ਨੂੰ ਗਜ਼ਲ ਕਿਹਾ ਗਿਆ ਵਾ ਵੀ ਇਦਾਂ ਹੂਕ ਨਿਕਲੀ ਉਹਦੇ ਅੰਦਰੋਂ, ਇੱਕ ਤੜਫ ਦੀ ਹੂਕ ਨਿਕਲੀ ਆ, ਉਹਨੂੰ ਹੀ ਗਜ਼ਲ ਕਿਹਾ ਗਿਆ ਵਾ। ਵੀ ਮਤਲਬ ਉਹਦੇ ਅੰਦਰ ਇੱਕ ਤੜਫ ਪੈਦਾ ਹੋ ਗਈ, ਡਰ ਦੀ ਤੜਫ ਪੈਦਾ ਹੋ ਗਈ ਉਹਦੇ ਅੰਦਰ, ਤੇ ਉਹ ਗਜ਼ਲ ਦਾ ਰੂਪ ਧਾਰਨ ਕਰ ਗਈ। ਉਹਦੀ ਜਿਹੜੀ ਹੂਕ ਸੀ, ਚੀਕ ਸੀ, ਇੱਕ ਜਿਹੜਾ ਵਾ ਇਹ ਸਹਿਮਤੀ ਆ ਕਈ ਵਿਦਵਾਨਾਂ ਦੀ ਇਹਦੇ ਤੇ ਵੀ ਇੱਥੋਂ ਜਿਹੜਾ ਵਾ ਗਜ਼ਲ ਬਣੀ ਆ। ਨਹੀਂ ਤੇ ਮੁੱਖ ਤੌਰ ਤੇ ਅਰਥ ਇਹਦੇ ਲਏ ਜਾਂਦੇ ਆ ਔਰਤਾਂ ਦੀ ਸੁੰਦਰਤਾ ਦਾ ਵਰਣਨ ਕਰਨਾ ਤੇ ਇਸਤਰੀ ਦੇ ਨਾਲ ਜਾਂ ਔਰਤਾਂ ਦੇ ਨਾਲ ਗੱਲਾਂ ਕਰਨੀਆਂ। ਹੁਣ ਜਿਹੜੀ ਗਜ਼ਲ ਆ ਇਹਦੇ ਵਿੱਚ ਜਿਹੜਾ ਵਾ ਇਹਦੀ ਵੰਨਗੀ ਵਜੋਂ ਦੋ ਮੱਤ ਆ ਵੀ ਕਿੱਥੋਂ ਆਈ ਆ ਗਜ਼ਲ। ਇਹਦੇ ਤੇ ਦੋ ਮੱਤ ਜਿਹੜੇ ਆ ਵਿਦਵਾਨਾਂ ਦੇ ਹੈਗੇ ਆ, ਉਹ ਮੈਂ ਤੁਹਾਨੂੰ ਦੋਵੇਂ ਦੱਸਦਾ ਵਾਂ। ਪਹਿਲਾਂ ਵਿਦਵਾਨ ਕੀ ਮੰਨਦੇ ਆ ਵੀ ਗਜ਼ਲ ਜਿਹੜਾ ਵਾ ਇਹ ਫਾਰਸੀ ਕਵਿਤਾ ਦੇ ਵਿੱਚ ਜਿਹੜਾ ਕਸੀਦਾ ਕਾਵ ਰੂਪ ਸੀ ਉਹਦੇ ਤੋਂ ਜਿਹੜਾ ਵਾ ਬਣਿਆ ਹੋਇਆ ਵਾ। ਕਾਵ ਰੂਪ ਕਸੀਦਾ ਸੀ ਮਸ਼ਹੂਰ ਫਾਰਸੀ ਦੇ ਵਿੱਚ, ਉਹਦੇ ਤੋਂ ਆਂਦੇ ਗਜ਼ਲ ਬਣਿਆ ਵਾ ਬਾਅਦ ਵਿੱਚ ਜਾ ਕੇ। ਉਹ ਕਿੱਦਾਂ ਬਣ ਗਿਆ ਵਾ? ਕਸੀਦਾ ਕਾਹਦੇ ਲਈ ਵਰਤਿਆ ਜਾਂਦਾ ਸੀ? ਕਿਸੇ ਰਾਜੇ ਮਹਾਰਾਜੇ ਦੀ ਉਪਮਾ ਕਰਨੀ ਹੋਵੇ ਜਾਂ ਉਹਦੀ ਵਡਿਆਈ ਦਰਸਾਉਣੀ ਹੋਵੇ, ਤੇ ਉਹ ਜਿਹੜਾ ਕਾਵ ਰੂਪ ਵਰਤਿਆ ਜਾਂਦਾ ਸੀ ਉਸ ਸਮੇਂ, ਉਹਨੂੰ ਫਿਰ ਕਸੀਦਾ ਕਿਹਾ ਜਾਂਦਾ ਸੀ। ਉਹ ਜਿਹੜੇ ਕਾਵ ਰੂਪ ਨੂੰ, ਜਿਹਦੇ ਵਿੱਚ ਕਿਸੇ ਰਾਜੇ ਮਹਾਰਾਜੇ ਦੀ ਵਡਿਆਈ ਉਸਤਤੀ ਜਿਹੜੀ ਆ ਉਹ ਕੀਤੀ ਜਾਂਦੀ ਸੀ ਇਨਾਮ ਲੈਣ ਦੇ ਲਈ, ਤੇ ਉਹ ਲੇਖਕ ਕਸੀਦੇ ਨੂੰ ਵਰਤਦੇ ਸੀ। ਬਾਅਦ ਵਿੱਚ ਕੀ ਹੋਇਆ, ਕਸੀਦਾ ਜਿਹੜਾ ਵਾ ਇਹਦੇ ਪਹਿਲੇ ਭਾਗ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਸੀ, ਪਹਿਲੇ ਭਾਗ ਦੇ ਵਿੱਚ ਜਿਹੜੀਆਂ ਤੁਕਾਂ ਨੂੰ ਵਰਤਿਆ ਜਾਂਦਾ ਸੀ, ਜਾਂ ਜਿਹੜੇ ਉਦੋਂ ਸ਼ੇਅਰ ਵਰਤੇ ਜਾਂਦੇ ਸੀ, ਜਾਂ ਜਿਹੜੀਆਂ ਕਾਵ ਸਤਰਾਂ ਵਰਤੀਆਂ ਜਾਂਦੀਆਂ ਸੀ, ਕੁਝ ਵੀ ਕਹਿ ਲਓ, ਕਸੀਦੇ ਦੇ ਪਹਿਲੇ ਭਾਗ ਦੇ ਵਿੱਚ ਉਹਨੂੰ ਤਸ਼ਬੀਬ ਕਹਿੰਦੇ ਸੀ। ਧਿਆਨ ਰੱਖਿਓ, ਚੇਤਾ ਰੱਖਿਓ। ਪਹਿਲਾਂ ਮੈਂ ਦੱਸਿਆ ਵਾ ਤੁਹਾਨੂੰ ਕਿ ਕਸੀਦਾ ਜਿਹੜਾ ਕਾਵ ਰੂਪ ਆ, ਪਹਿਲੇ ਵਿਦਵਾਨਾਂ ਦੀ ਸਹਿਮਤੀ ਇਹ ਆ ਕਿ ਗਜ਼ਲ ਕਿੱਥੋਂ ਬਣਿਆ ਵਾ? ਕਸੀਦਾ ਕਾਵ ਰੂਪ ਤੋਂ ਬਣਿਆ ਵਾ ਜੀ ਗਜ਼ਲ, ਫਾਰਸੀ ਦੇ। ਤੇ ਕਸੀਦਾ ਕਾਵ ਰੂਪ ਕਿਹੜਾ ਸੀ? ਜਿਹਦੇ ਵਿੱਚ ਰਾਜੇ ਮਹਾਰਾਜਿਆਂ ਦੀ ਉਸਤਤ ਕੀਤੀ ਜਾਂਦੀ ਸੀ, ਵਡਿਆਈਆਂ ਕੀਤੀਆਂ ਜਾਂਦੀਆਂ ਸੀ ਇਨਾਮ ਪ੍ਰਾਪਤ ਕਰਨ ਦੇ ਲਈ।
ਤੇ ਇਹਦੇ ਵਿੱਚ ਫਿਰ ਕੀ ਸੀ, ਇਹਦਾ ਜਿਹੜਾ ਪਹਿਲੀਆਂ ਤੁਕਾਂ ਸੀ ਜਾਂ ਇਹਦੀਆਂ ਪਹਿਲਾ ਭਾਗ ਹੁੰਦਾ ਸੀ ਜਦੋਂ ਇਹ ਕਾਵਿ ਰੂਪ ਸ਼ੁਰੂ ਹੁੰਦਾ ਸੀ, ਤੇ ਉਹਨੂੰ ਜਿਹੜਾ ਵਾ ਤਸ਼ਬੀਬ ਕਿਹਾ ਜਾਂਦਾ ਸੀ। ਤਸ਼ਬੀਬ ਤੇ ਜਾਂ ਉਹਨੂੰ ਕਿਹਾ ਜਾਂਦਾ ਸੀ ਨਸੀਬ। ਇਹਦੇ ਵਿੱਚ ਕੀ ਹੁੰਦਾ ਸੀ, ਤਸ਼ਬੀਬ ਤੇ ਨਸੀਬ। ਇਹਦੇ ਵਿੱਚ ਕੀ ਸੀ, ਇਹਦੇ ਵਿੱਚ ਜਿਹੜਾ ਆਲਾ ਦੁਆਲਾ ਵਾਤਾਵਰਨ ਸੀ ਪਹਿਲਾਂ ਉਹਦੀ ਸੁੰਦਰਤਾ ਦਾ ਵਰਣਨ ਕੀਤਾ ਜਾਂਦਾ ਸੀ, ਫਿਰ ਰਾਜੇ ਮਹਾਰਾਜੇ ਦੀ ਵਡਿਆਈ ਗਾਈ ਜਾਂਦੀ ਸੀ। ਤੇ ਉਹ ਜਿਹੜਾ ਪਹਿਲਾ ਭਾਗ ਸੀ ਕਸੀਦਾ ਦਾ, ਜਿਹਦੇ ਵਿੱਚ ਆਲੇ ਦੁਆਲੇ ਦੀ ਵਾਤਾਵਰਨ ਦੀ ਸੁੰਦਰਤਾ ਬਿਆਨ ਕੀਤੀ ਜਾਂਦੀ ਸੀ, ਉਹਨੂੰ ਤਸ਼ਬੀਬ ਕਿਹਾ ਜਾਂਦਾ ਸੀ। ਬਾਅਦ ਵਿੱਚ ਇਹੀ ਸ਼ਬਦ ਜਿਹੜਾ ਵਾ ਕਿਹਦੇ ਲਈ ਪ੍ਰਚਲਿਤ ਹੋ ਗਿਆ, ਪ੍ਰੇਮਿਕਾ ਦੀ ਸੁੰਦਰਤਾ ਕਰਨ ਦੇ ਲਈ। ਠੀਕ ਹੈ ਨਾ, ਹੁਣ ਤੁਹਾਨੂੰ ਚੇਤਾ ਆ ਗਿਆ ਹੋਗਾ। ਤਸ਼ਬੀਬ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ। ਤਸ਼ਬੀਬ ਹੁਣ ਕਾਹਦੇ ਲਈ ਵਰਤਿਆ ਜਾਂਦਾ ਵਾ ਸ਼ਬਦ, ਕਿਸੇ ਪ੍ਰੇਮਿਕਾ ਦੀ ਸੁੰਦਰਤਾ ਕਰਨੀ ਹੋਵੇ ਉਹਨੂੰ ਆਪਾਂ ਤਸ਼ਬੀਬ ਕਹਿ ਦਿੰਦੇ ਆ। ਹੁਣ ਇਹਦੇ ਲਈ ਇਹ ਸ਼ਬਦ ਜਿਹੜਾ ਵਾ ਪ੍ਰਚਲਿਤ ਹੋ ਗਿਆ, ਸ਼ੁਰੂ ਉੱਥੋਂ ਆਇਆ ਸੀ ਸ਼ਬਦ। ਇਹ ਕਹਿੰਦੇ ਆ ਵੀ ਬਾਅਦ ਵਿੱਚ ਫਿਰ ਪ੍ਰੇਮਿਕਾ ਦੀ ਸੁੰਦਰਤਾ ਉਹ ਆ ਗਈ ਨਾ, ਔਰਤ ਦੀ ਸੁੰਦਰਤਾ। ਫਿਰ ਆਂਦੇ ਜਿਹੜਾ ਤਸ਼ਬੀਬ ਸੀ ਇਹੋ ਹੀ ਫਿਰ ਬਾਅਦ ਵਿੱਚ ਗਜ਼ਲ ਦਾ ਰੂਪ ਧਾਰਨ ਕਰ ਗਿਆ। ਇਸ ਕਰਕੇ ਕਸੀਦਾ ਕਾਵਿ ਰੂਪ ਤੋਂ ਜਿਹੜਾ ਵਾ ਗਜ਼ਲ ਬਣਿਆ ਵਾ। ਇਹ ਵਿਦਵਾਨਾਂ ਦੀ ਇੱਕ ਮੱਤ ਹੈ। ਹੁਣ ਦੂਜੇ ਵਿਦਵਾਨ ਕੀ ਮੰਨਦੇ ਆ, ਉਹਨਾਂ ਦੀ ਵੀ ਮੱਤ ਇੱਥੋਂ ਤੱਕ ਸੀਮਤ ਆ। ਉਹ ਆਂਦੇ ਜੀ ਬਿਲਕੁਲ ਠੀਕ ਗੱਲ ਆ, ਤਸ਼ਬੀਬ ਤੋਂ ਹੀ ਗਜ਼ਲ ਬਣੀ ਆ, ਪਰ ਆਂਦੇ ਇਹਦੇ ਨਾਲ ਇੱਕ ਹੋਰ ਚੀਜ਼ ਜੁੜੀ ਆ। ਉਹ ਇੱਕ ਹੋਰ ਫਾਰਸੀ ਦਾ ਕਾਵਿ ਰੂਪ ਜੋੜ ਦਿੰਦੇ ਆ। ਉਹ ਜੋੜ ਦਿੰਦੇ ਆ, ਉਹਦਾ ਨਾਂ ਲਿਖ ਲਓ ਚਾਮਾ। ਫਾਰਸੀ ਦੇ ਵਿੱਚ ਗੀਤ ਲਿਖੇ ਜਾਂਦੇ ਸੀ ਇਸ ਕਾਵਿ ਰੂਪ ਦੇ ਵਿੱਚ। ਫਾਰਸੀ ਦੇ ਗੀਤ, ਇਹਨੂੰ ਚਾਮਾ ਕਿਹਾ ਜਾਂਦਾ ਸੀ। ਕਹਿੰਦੇ ਇਹਨਾਂ ਦੋਵਾਂ ਦੇ ਮੇਲ ਤੋਂ ਜਿਹੜਾ ਵਾ ਗਜ਼ਲ ਬਣੀ ਆ। ਇਹ ਦੂਜੀ ਜਿਹੜੀ ਆ ਵਿਦਵਾਨਾਂ ਦੀ ਜਿਹੜੀ ਆ ਮੱਤ ਹੈਗੀ ਆ ਇਹਦੇ ਤੇ। ਬਸ ਇਹ ਦੋਵੇਂ ਮੰਨਦੇ ਆ ਵੀ ਗਜ਼ਲ ਜਿਹੜੀ ਆ ਇੱਥੋਂ ਬਣੀ ਆ, ਤੇ ਗਜ਼ਲ ਦੇ ਅੱਖਰੀ ਅਰਥ ਮੈਂ ਤੁਹਾਨੂੰ ਦੱਸ ਦਿੱਤੇ ਆ। ਇਹਦੇ ਵਿੱਚ ਆਹੋ ਕੁਝ ਆ। ਹੁਣ ਗਜ਼ਲ ਦੇ ਵਿੱਚ ਕੀ ਆ ਉਹਦੀ ਗੱਲਬਾਤ ਕਰਦੇ ਆ ਆਪਾਂ। ਇਹ ਤੁਸੀਂ ਨੋਟ ਕਰ ਲਿਓ ਸਾਰਾ ਨਾਲ ਦੀ ਨਾਲ। ਹੁਣ ਗਜ਼ਲ ਦੇ ਵਿੱਚ ਕੀ ਆਂਦਾ ਵਾ ਉਹਦੀ ਗੱਲਬਾਤ ਕਰਦੇ ਆ। ਠੀਕ ਹੈ ਜੀ। ਤੇ ਇਹਦੀ ਸ਼ੁਰੂਆਤ ਮੰਨਦੇ ਆ ਈਰਾਨ ਦੇ ਵਿੱਚ ਜਿਹੜੀ ਆ 10ਵੀਂ ਸਦੀ ਦੇ ਵਿੱਚ ਹੋਈ ਗਜ਼ਲ ਦੀ। ਜੇ ਨੋਟ ਕਰਨਾ ਕਰ ਲਿਓ, ਵੈਸੇ ਕੁਐਸਚਨ ਬਣਦਾ ਨਹੀਂ ਆ ਮਾਸਟਰ ਦੇ ਲੈਵਲ ਦੇ ਹਿਸਾਬ ਨਾਲ। ਈਰਾਨ ਦੇ ਵਿੱਚ 10ਵੀਂ ਸਦੀ ਦੇ ਵਿੱਚ ਇਹਦੀ ਜਿਹੜੀ ਆ ਗਜ਼ਲ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਆ। ਉਹਨਾਂ ਦੇ ਆਪਣੇ ਮਤਭੇਦ ਹੈਗੇ ਆ ਵਿਦਵਾਨਾਂ ਦੇ। ਕੋਈ ਕਹਿੰਦਾ ਜੀ ਅਰਬ ਦੇ ਵਿੱਚ ਹੋਈ ਆ, ਕੋਈ ਕਹਿੰਦਾ ਈਰਾਨ ਦੇ ਵਿੱਚ ਹੋਈ ਆ। ਇਸ ਕਰਕੇ ਇਹਦੇ ਵਿੱਚ ਪ੍ਰਸ਼ਨ ਨਹੀਂ ਬਣਦਾ। ਪ੍ਰਸ਼ਨ ਕਿੱਥੋਂ ਬਣੂਗਾ, ਆ ਜਿਹੜੀਆਂ 3-4 ਚੀਜ਼ਾਂ ਮੈਂ ਤੁਹਾਨੂੰ ਦੱਸੀਆਂ। ਇੱਕ ਛੰਦ ਸ਼ਾਸਤਰ ਚੇਤਾ ਰੱਖਣਾ, ਫਾਰਸੀ ਦਾ ਕਿਹੜਾ ਵਾ, ਗਜ਼ਲ ਦੇ ਅੱਖਰੀ ਅਰਥ ਚੇਤਾ ਰੱਖਣੇ ਆ, ਗਜ਼ਲ ਕਿਹੜੀ ਭਾਸ਼ਾ ਦਾ ਸ਼ਬਦ ਆ ਉਹ ਚੇਤਾ ਰੱਖਣਾ ਵਾ, ਤੇ ਕਾਵਿ ਰੂਪ ਕਿਹੜਾ ਵਾ ਉਹ ਫਾਰਸੀ ਦਾ ਵਾ। ਜੇ ਸ਼ਬਦ ਪੁੱਛਣ ਕਿਹੜੀ ਭਾਸ਼ਾ ਦਾ ਵਾ, ਅਰਬੀ ਦਾ ਵਾ। ਕਿਹੜੀ ਭਾਸ਼ਾ ਦੇ ਵਿੱਚ ਜਿਹੜਾ ਪ੍ਰਚਲਿਤ ਕਾਵਿ ਰੂਪ ਰਿਹਾ ਵਾ ਉਹ ਫਾਰਸੀ ਦੇ ਵਿੱਚ ਕਾਫੀ ਪ੍ਰਚਲਿਤ ਰਿਹਾ ਵਾ ਗਜ਼ਲ। ਇਹ ਜਿਹੜੇ 4-5 ਕੁਐਸਚਨ ਆ। ਨੇੜਲਾ ਸੰਬੰਧ ਕਿਸ ਨਾਲ ਹੈ, ਕਸੀਦਾ ਨਾਲ ਹੈ। ਕਸੀਦਾ ਕਾਵਿ ਰੂਪ ਨਾਲ ਇਸ ਦਾ ਫਾਰਸੀ ਦੇ ਨੇੜਲਾ ਸੰਬੰਧ ਹੈ ਗਜ਼ਲ ਦਾ। ਆਹ ਪ੍ਰਸ਼ਨ ਬਣ ਸਕਦੇ ਜੇ। ਆਹ ਤੁਹਾਨੂੰ ਤਸ਼ਬੀਬ ਬਾਰੇ ਪੁੱਛ ਸਕਦੇ ਜੇ, ਤਸ਼ਬੀਬ ਕੀ ਹੁੰਦੀ ਹੈ, ਨਸੀਬ ਕੀ ਹੁੰਦਾ ਹੈ। ਇਦਾਂ ਦੀਆਂ ਗੱਲਾਂ ਚੇਤੇ ਰੱਖਣ ਵਾਲੀਆਂ ਵਾ ਕਿ ਜਿਹੜਾ ਹੁਣ ਪ੍ਰੇਮੀ ਪ੍ਰੇਮਿਕਾ ਦੀ ਸੁੰਦਰਤਾ ਦੇ ਲਈ ਤਸ਼ਬੀਬ ਸ਼ਬਦ ਵਰਤਿਆ ਜਾਂਦਾ ਹੈ। ਸਾਰਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੱਥੋਂ ਬਣਿਆ ਹੈ। ਪਹਿਲਾਂ ਇਹ ਜਿਹੜੇ ਸੀ ਵਾਤਾਵਰਨ ਦੀ ਸੁੰਦਰਤਾ ਦੇ ਲਈ ਵਰਤਿਆ ਜਾਂਦਾ ਸੀ। ਕਸੀਦਾ ਕਾਵਿ ਰੂਪ ਦੇ ਵਿੱਚ ਜਿਹੜੀਆਂ ਪਹਿਲਾ ਭਾਗ ਸੀ ਕਸੀਦਾ ਕਾਵਿ ਰੂਪ ਦਾ ਉਹ ਤਸ਼ਬੀਬ ਸੀ, ਉਹ ਨਸੀਬ ਸੀ। ਮੈਂ ਰਿਪੀਟ ਵੀ ਕਰ ਦਿੱਤਾ। ਫਿਰ ਇੱਕ ਵਿਦਵਾਨਾਂ ਦੀ ਇਹ ਮੱਤ ਸੀ, ਦੂਜੇ ਵਿਦਵਾਨ ਕਹਿੰਦੇ ਸੀ ਈਰਾਨ ਦੇ ਵਿਦਵਾਨ, ਉਹ ਇਹ ਮੰਨਦੇ ਸੀ ਕਿ ਜਿਹੜੀ ਗਜ਼ਲ ਆ ਉਹ ਇੱਥੋਂ ਤੇ ਬਣੀ ਆ ਤਸ਼ਬੀਬ ਤੋਂ। ਨਾਲ ਫਾਰਸੀ ਦਾ ਜਿਹੜਾ ਗੀਤ ਸੀ, ਜਿਹੜੇ ਫਾਰਸੀ ਦੇ ਵਿੱਚ ਗੀਤ ਲਿਖੇ ਜਾਂਦੇ ਸੀ ਜਿਹਨੂੰ ਚਾਮਾ ਕਿਹਾ ਜਾਂਦਾ ਸੀ, ਉਹਦਾ ਵੀ ਮੇਲਿਆ ਨਾਲ। ਬਸ ਇਹੋ ਹੀ ਵਿਦਵਾਨਾਂ ਦੇ ਆਪਸੀ ਜਿਹੜੇ ਵਿਚਾਰ ਹੈਗੇ ਆ ਇਹਦੇ ਪ੍ਰਤੀ। ਹੁਣ ਆਪਾਂ ਗੱਲ ਕਰਦੇ ਆ ਕਿ ਗਜ਼ਲ ਦੇ ਵਿੱਚ ਫਿਰ ਕੀ ਆ। ਮੈਂ ਤੁਹਾਨੂੰ ਦੱਸਿਆ ਸੀ ਜਿੱਦਾਂ ਗਜ਼ਲ ਫਿਰ ਆਈ ਆ ਇੱਧਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਆਈ ਆ ਗਜ਼ਲ, ਜਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ, ਭਾਰਤ ਦੇ ਵਿੱਚ ਕਹਿ ਲਈਏ, ਗਜ਼ਲ ਦਾ ਜਿਹੜਾ ਆਗਮਨ ਹੁੰਦਾ ਵਾ ਉਹ ਹੋਇਆ 17ਵੀਂ ਸਦੀ ਦੇ ਵਿੱਚ। ਇਹ ਚੀਜ਼ ਨੋਟ ਕਰਿਓ, ਇਹ ਇੰਪੋਰਟੈਂਟ ਹੈ। ਇਹੋ ਜਿਹੀਆਂ ਚੀਜ਼ਾਂ ਇੰਪੋਰਟੈਂਟ ਹੈ। ਮੈਨੂੰ ਪਹਿਲਾਂ ਦੱਸੋ ਹਾਂ ਇੱਕ ਗੱਲ ਤੁਸੀਂ ਸਾਰੇ, ਕਿ ਇਹ ਤੁਹਾਨੂੰ ਕੋਈ ਦੱਸਦਾ ਵਾ ਉਹਦੇ ਵਿੱਚ ਜਿਹੜੇ ਤੁਹਾਨੂੰ ਆਹ ਲੈਕਚਰ ਪਾਉਂਦੇ ਆ YouTube ਤੇ, ਇਹੋ ਜਿਹੀਆਂ ਗੱਲਾਂ ਦਾ ਕੋਈ ਦੱਸਦਾ ਨਹੀਂ ਆ। ਹੋਰ ਤੁਹਾਨੂੰ ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਦੱਸੀ ਜਾਂਦੇ ਆ ਜੀ, ਇਹਨਾਂ ਨੂੰ ਪਤਾ ਨਹੀਂ ਪ੍ਰਸ਼ਨ ਬਣਨਾ ਵੀ ਆ ਕਿ ਨਹੀਂ ਬਣਨਾ। ਹੁਣ ਤੁਹਾਨੂੰ ਪੁੱਛ ਰਿਹਾ ਵੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਗਜ਼ਲ ਕਿਹੜੀ ਸਦੀ ਦੇ ਵਿੱਚ ਆਈ, ਤੇ ਫਿਰ ਤੁਸੀਂ ਸਾਰਿਆਂ ਨੇ ਸੋਚਣ ਲੱਗ ਪੈਣਾ ਉੱਥੇ 17ਵੀਂ ਸਦੀ ਦੇ ਵਿੱਚ ਆਈ ਆ। ਮੈਂ ਫਿਰ ਤੁਹਾਨੂੰ ਦੱਸੂਗਾ ਵੀ 17ਵੀਂ ਸਦੀ ਦੇ ਵਿੱਚ ਜਿਹੜੇ ਆ ਉਹ ਕਿਹੜੇ ਗਜ਼ਲਗੋ ਜਿਹੜੇ ਸੀ ਸਭ ਤੋਂ ਮਸ਼ਹੂਰ ਸੀ। ਪਹਿਲੇ ਪੰਜਾਬੀ ਦੇ ਗਜ਼ਲਗੋ ਕਿਹੜੇ ਆ ਉਹ ਅੱਗੇ ਦੱਸੂਗਾ ਜਾ ਕੇ ਲਾਸਟ ਤੇ। ਹੁਣ ਇਹਨਾਂ ਚੇਤਾ ਰੱਖੋ ਕਿ ਜਿਹੜੀ ਗਜ਼ਲ ਆ ਉਹ 17ਵੀਂ ਸਦੀ ਦੇ ਵਿੱਚ ਆਈ ਆ। ਕਿੱਥੋਂ ਆਈ ਆ? ਅਰਬੀ ਫਾਰਸੀ ਤੋਂ ਹੁੰਦੀ ਹੋਈ ਉਰਦੂ ਹਿੰਦੀ ਪੰਜਾਬੀ ਦੇ ਵਿੱਚ ਆ ਗਈ ਆ। ਇਦਾਂ ਆਈ ਆ ਗਜ਼ਲ ਆਪਣੇ ਕੋਲ। ਹੁਣ ਇਹਦੇ ਵਿੱਚ ਕੀ ਆ ਗਜ਼ਲ ਦੇ ਵਿੱਚ? ਸਭ ਤੋਂ ਪਹਿਲਾਂ ਤੁਹਾਨੂੰ ਜੇ ਪ੍ਰਸ਼ਨ ਪੁੱਛ ਲੇ, ਗਜ਼ਲ ਦੇ ਵਿੱਚ ਸ਼ੇਅਰ ਪ੍ਰਧਾਨ ਹੁੰਦਾ ਜੇ। ਗਜ਼ਲ ਸਾਰੀ ਦੀ ਸਾਰੀ ਜੇ ਆਧਾਰਿਤ ਆ ਸ਼ੇਅਰਾਂ ਦੇ ਆਧਾਰਿਤ ਆ। ਗਜ਼ਲ 'ਚ ਕੀ ਪ੍ਰਧਾਨ ਹੁੰਦਾ ਵਾ? ਸ਼ੇਅਰ ਪ੍ਰਧਾਨ ਹੁੰਦਾ। ਇਹ ਚੇਤਾ ਰੱਖਣਾ, ਗਜ਼ਲ ਦੇ ਵਿੱਚ ਸ਼ੇਅਰ ਪ੍ਰਧਾਨ ਹੁੰਦਾ ਵਾ। ਹੁਣ ਸ਼ੇਅਰ ਕੀ ਆ? ਇਹਨਾਂ ਸਾਰੇ ਗੱਲਾਂ ਦੀ ਆਪਾਂ ਅੱਜ ਗੱਲ ਜਿਹੜੇ ਵੀ ਇਹਦੇ ਵਿੱਚ ਪਾਠ ਹੈਗੇ ਆ ਗਜ਼ਲ 'ਚ ਜਿਹੜੇ ਜਿਹੜੇ ਸ਼ਬਦ ਆਉਂਦੇ ਆ ਉਹਨਾਂ ਸਾਰਿਆਂ ਦੀ ਆਪਾਂ ਡਿਟੇਲ 'ਚ ਗੱਲ ਕਰਾਂਗੇ।
ਗਜ਼ਲ ਦੇ ਵਿੱਚ ਕੀ ਆ, ਸ਼ੇਰ ਪ੍ਰਧਾਨ ਆ। ਸ਼ੇਰ ਕੀ ਹੁੰਦਾ ਵਾ, ਹੁਣ ਉਹ ਲਿਖੋ। ਸ਼ੇਰ ਹੁੰਦਾ ਜੇ ਦੋ ਮਿਸਰਿਆਂ ਤੋਂ ਜਿਹੜਾ ਮਿਲ ਕੇ ਬਣਦਾ, ਦੋ ਮਿਸਰਿਆਂ ਜਾਂ ਦੋ ਤੁਕਾਂ ਕਹਿ ਲਓ। ਇੱਧਰ ਆਪਣੇ ਤੁਕਾਂ ਕਹਿੰਦੇ ਆ, ਫਾਰਸੀ ਦੇ ਵਿੱਚ ਇਹਨੂੰ ਮਿਸਰਾ ਕਿਹਾ ਜਾਂਦਾ। ਤੁਕ ਨੂੰ ਫਾਰਸੀ 'ਚ ਕੀ ਕਿਹਾ ਜਾਂਦਾ, ਮਿਸਰਾ। ਦੋ ਮਿਸਰਿਆਂ ਤੋਂ ਮਿਲ ਕੇ ਜਿਹੜਾ ਬਣਦਾ ਵਾ ਉਹ ਕੀ ਆ, ਉਹ ਸ਼ੇਰ ਆ। ਜਦੋਂ ਦੋ ਮਿਸਰੇ ਮਿਲ ਜਾਂਦੇ ਆ, ਦੋ ਤੁਕਾਂ ਮਿਲ ਜਾਂਦੀਆਂ ਵਾ, ਤੇ ਉਦੋਂ ਕੀ ਬਣ ਜਾਂਦਾ ਵਾ, ਉਦੋਂ ਸ਼ੇਰ ਬਣ ਜਾਂਦਾ ਵਾ। ਮੈਂ ਲਿਖ ਕੇ ਤੁਹਾਨੂੰ ਇੱਕ ਦੱਸ ਹੀ ਦਿੰਦਾ ਐਗਜ਼ਾਮਪਲ। ਜਿੱਦਾਂ ਉਹ ਕਹਿੰਦੇ, ਜ਼ਿੰਦਗੀ ਫਿਰ ਹੈ ਕਿਸ ਖੁਸ਼ੀ ਵਾਸਤੇ, ਜ਼ਿੰਦਗੀ ਫਿਰ ਹੈ ਕਿਸ ਖੁਸ਼ੀ ਵਾਸਤੇ। ਅੱਗੇ ਉਹ ਲਿਖਦੇ ਆ, ਆਦਮੀ ਜੇ ਨਹੀਂ ਆਦਮੀ ਵਾਸਤੇ, ਆਦਮੀ ਜੇ ਨਹੀਂ ਆਦਮੀ ਵਾਸਤੇ। ਆ ਦੇਖੋ, ਆ ਹੋ ਗਿਆ ਇੱਕ ਮਿਸਰਾ, ਇਹਨੂੰ ਮਿਸਰਾ ਕਹਿੰਦੇ ਆ। ਇੱਥੇ ਮੈਂ ਨੋਟ ਕਰੀ ਜਾਣਾ ਨਾਲ ਨਾਲ। ਇਹ ਹੋ ਗਿਆ ਮਿਸਰਾ, ਆ ਵੀ ਹੋ ਗਿਆ ਇੱਕ ਮਿਸਰਾ, ਤੇ ਇਹਨਾਂ ਦੋਨਾਂ ਨੂੰ ਮਿਸਰਿਆਂ ਨੂੰ ਮਿਲ ਕੇ ਕੀ ਬਣ ਗਿਆ, ਇੱਕ ਸ਼ੇਰ ਬਣ ਗਿਆ। ਆ ਜੇ ਗਜ਼ਲ ਦੇ ਵਿੱਚ ਦੋ ਮਿਸਰੇ ਆ, ਦੋਵਾਂ ਮਿਸਰਿਆਂ ਨੂੰ ਮਿਲ ਕੇ ਕੀ ਬਣਦਾ ਵਾ, ਇੱਕ ਸ਼ੇਰ ਬਣਦਾ। ਪ੍ਰਸ਼ਨ ਆ ਸਕਦਾ ਜੇ ਪੇਪਰ ਤੇ, ਮਾਸਟਰ ਕੈਡਰ ਦਾ ਲੈਵਲ ਜੇ। ਦੋਵਾਂ ਮਿਸਰਿਆਂ ਨੂੰ ਮਿਲ ਕੇ ਕੀ ਬਣ ਗਿਆ ਵਾ, ਇੱਕ ਸ਼ੇਰ ਬਣ ਗਿਆ ਵਾ। ਹੁਣ ਇਹਦੇ ਵਿੱਚ ਕੀ ਹੁੰਦਾ ਵਾ, ਸ਼ੇਰ ਦੇ ਵਿੱਚ ਕਿੰਨੀ ਆ ਗਿਣਤੀ ਸ਼ੇਰਾਂ ਦੀ, ਜੇ ਲਿਖਣੀ ਤੇ ਲਿਖ ਲਓ। ਆਮ ਤੌਰ ਤੇ ਵਿਦਵਾਨਾਂ ਦੇ ਮਤਭੇਦ ਹੈਗੇ ਆ, ਕੋਈ ਖਾਸ ਗਿਣਤੀ ਨਹੀਂ ਹੁੰਦੀ ਗਜ਼ਲ ਦੇ ਸ਼ੇਰਾਂ ਦੀ। ਆਮ ਤੌਰ ਤੇ ਕੀ ਮੰਨਿਆ ਜਾਂਦਾ ਵਾ, ਉਹ ਤੁਸੀਂ ਨੋਟ ਕਰ ਲਓ। ਜੇ ਮੰਨ ਲਓ ਬਾਈ ਚਾਂਸ ਪ੍ਰਸ਼ਨ ਆ ਜੇ, ਵੈਸੇ ਇਹੋ ਜਿਹਾ ਪ੍ਰਸ਼ਨ ਨਹੀਂ ਬਣਦਾ ਹੁੰਦਾ, ਤੇ ਉਹ ਤੁਸੀਂ ਨੋਟ ਕਰ ਲਓ। ਗਜ਼ਲ ਦੇ ਵਿੱਚ ਕਿੰਨੇ ਸ਼ੇਰ ਹੋਣੇ ਚਾਹੀਦੇ ਆ, ਉਹ ਮੈਂ ਤੁਹਾਨੂੰ ਦੱਸ ਦੇਣਾ। ਆਹ ਮੈਂ ਰੱਬ ਕਰ ਦੇਣਾ, ਠੀਕ ਹੈ। ਟੈਸਟ ਸੀਰੀਜ਼ ਵਾਲਾ ਤੁਸੀਂ ਹੁਣੇ ਹੀ ਨੋਟ ਕਰ ਲਓ, ਸਕਰੀਨਸ਼ਾਟ ਲੈ ਲਓ ਇਹਦਾ। ਜੇ ਕੰਟੈਕਟ ਕਰਨਾ ਹੋਗਾ ਮੈਨੂੰ ਫਿਰ ਕਰ ਲਿਓ, ਜਾਂ ਵੀਡੀਓ ਨੂੰ ਪਿੱਛੇ ਕਰਕੇ ਜਿਹੜਾ ਵਾ ਉਹ ਦੇਖ ਲਿਓ ਨੰਬਰ ਸਾਰੇ, ਕਿਉਂਕਿ ਬੋਰਡ ਆਪਾਂ ਯੂਜ਼ ਕਰਨਾ ਵਾ ਹੁਣ ਇਹਦੇ ਲਈ, ਸਮਝਾਉਣ ਦੇ ਲਈ, ਤੇ ਫਿਰ ਉਹ ਤੁਸੀਂ ਨੋਟ ਕਰ ਲਿਓ। ਹੁਣ ਗਜ਼ਲ ਦੇ ਵਿੱਚ ਆਪਾਂ ਗੱਲਬਾਤ ਕਰਦੇ ਪਏ ਸੀ ਸ਼ੇਰਾਂ ਦੀ ਗਿਣਤੀ। ਵਿਦਵਾਨ ਮੰਨਦੇ ਆ 5 ਤੋਂ ਲੈ ਕੇ ਤੇ 17, ਠੀਕ ਹੈ। 5 ਤੋਂ ਲੈ ਕੇ 17 ਤੱਕ ਸ਼ੇਰ ਹੋਣੇ ਚਾਹੀਦੇ ਆ, ਠੀਕ ਹੈ। ਵਿਦਵਾਨ ਇਹ ਮੰਨਦੇ ਆ, ਕਈ ਵਿਦਵਾਨ ਇਹ ਮੰਨਦੇ ਆ ਜੀ 7 ਤੋਂ ਲੈ ਕੇ 30 ਤੱਕ ਸ਼ੇਰ ਵੀ ਹੋ ਸਕਦੇ ਆ, ਤੇ ਕਈ ਕਹਿੰਦੇ ਆ ਜੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੈਗੀ, ਜਿੰਨੇ ਮਰਜ਼ੀ ਸ਼ੇਰ ਹੋ ਸਕਦੇ ਆ। ਇਸ ਕਰਕੇ ਮਤਭੇਦ ਹੈਗੇ ਆ। ਪ੍ਰਸ਼ਨ ਇਹੋ ਜਿਹਾ ਨਹੀਂ ਬਣਦਾ ਹੁੰਦਾ, ਉਹਨੂੰ ਪਤਾ ਹੁੰਦਾ ਪੇਪਰ ਬਣਾਉਣ ਵਾਲੇ ਨੂੰ, ਉਹ ਸਕੋਲਰ ਹੁੰਦਾ ਬੰਦਾ ਪੇਪਰ ਬਣਾਉਣ ਵਾਲਾ, ਏਡੀ ਗੱਲ ਵੀ ਨਹੀਂ ਹੁੰਦੀ, ਤੇ ਉਹਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਜੇ ਫਿਰ ਵੀ ਬਣਾ ਦੇਵੇ ਜਿੱਥੋਂ ਉਹਨੇ ਬਣਾਇਆ ਦੇਖ ਕੇ, ਜਾਂ ਤੇ ਉਹ 5 ਤੋਂ 17 ਪਾ ਦੂਗਾ ਆਪਸ਼ਨ, ਜਾਂ ਉਹ 7 ਤੋਂ 30 ਪਾ ਦੂਗਾ। ਇਹਨਾਂ ਦੋਨਾਂ ਦੀ ਜਿਹੜੀ ਆਪਸ਼ਨ ਹੋਊਗੀ ਉਹ ਟਿਕ ਕਰ ਆਇਓ ਜੇ ਇਹਦੇ ਵਿੱਚ ਪ੍ਰਸ਼ਨ ਬਣਿਆ। ਹੁਣ ਅੱਗੇ ਗੱਲ ਕਰਦੇ ਆ ਸ਼ੇਰ ਦੇ ਵਿੱਚ ਹੋਰ ਕੀ ਹੁੰਦਾ ਵਾ। ਸ਼ੇਰ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਵਾ ਹੋਰ ਹੁੰਦੀਆਂ ਵਾ। ਇਹਦੇ ਵਿੱਚ ਸ਼ੇਰ ਦੇ ਹੁਣ ਅੰਦਰ ਹੀ ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਕਾਫੀਆ ਤੇ ਰਦੀਫ, ਦੋ ਚੀਜ਼ਾਂ ਹੁੰਦੀਆਂ ਨੇ। ਉਹਨਾਂ ਬਾਰੇ ਮੈਂ ਥੋੜਾ ਜਿਹਾ ਦੱਸਦਾ ਉਹ ਕੀ ਹੁੰਦਾ। ਕਾਫੀਆ ਰਦੀਫ ਉਧਰ ਲਿਖਦੇ ਆ, ਇੱਧਰ ਫਿਰ ਇੱਕ ਉਦਾਹਰਨ ਦਵਾਂਗੇ। ਕਾਫੀਆ ਤੇ ਰਦੀਫ, ਆ ਦੋ ਚੀਜ਼ਾਂ ਹੁੰਦੀਆਂ ਸ਼ੇਰ ਦੇ ਵਿੱਚ। ਉਹ ਕੀ ਹੁੰਦਾ ਵਾ ਹੁਣ ਕਾਫੀਆ ਤੇ ਰਦੀਫ, ਇਹ ਲਿਖ ਲਓ ਜੇ ਤੁਸੀਂ ਲਿਖਣਾ ਹੋਵੇ। ਕਾਫੀਆ ਕੀ ਹੁੰਦਾ ਵਾ, ਸ਼ੇਰ ਦੇ ਅੰਤ ਵਿੱਚ ਜਿਹੜਾ ਬਾਰ-ਬਾਰ ਜਿਹੜਾ ਹਮ ਵਜਨੀ ਸ਼ਬਦ ਹੁੰਦਾ ਵਾ, ਆ ਅੰਤ ਚ, ਸ਼ੇਰ ਦੇ ਅੰਤ ਚ ਜਿਹੜਾ ਵਾਰ-ਵਾਰ ਹਮ ਵਜਨੀ ਸ਼ਬਦ ਹੁੰਦਾ ਵਾ, ਉਹਨੂੰ ਕੀ ਕਹਿੰਦੇ ਜੇ, ਉਹਨੂੰ ਕਾਫੀਆ ਕਹਿੰਦੇ ਜੇ। ਆ ਕਾਫੀਆ, ਇਹਦੇ ਵਿੱਚ ਖੁਸ਼ੀ ਕਾਫੀਆ ਵਾ, ਇੱਧਰ ਆਦਮੀ ਕਾਫੀਆ ਵਾ। ਹੁਣ ਜ਼ਰੂਰੀ ਨਹੀਂ ਆ, ਉਹਨਾਂ ਦੀ ਵਿਦਵਾਨਾਂ ਦੀ ਇਹ ਸਹਿਮਤੀ ਆ, ਉਹ ਕਹਿੰਦੇ ਆ ਕਾਫੀਆ ਜ਼ਰੂਰੀ ਆ ਜਿਹੜਾ ਗਜ਼ਲ ਦੇ ਵਿੱਚ। ਰਦੀਫ ਆਵੇ ਨਾ ਆਵੇ ਉਹਦੇ ਬਾਰੇ ਕੋਈ ਚੱਕਰ ਨਹੀਂ, ਪਰ ਕਾਫੀਆ ਜ਼ਰੂਰੀ ਆ। ਜ਼ਿਆਦਾਤਰ ਵੈਸੇ ਕਾਫੀਆ ਰਦੀਫ ਇਕੱਠੇ ਹੀ ਹੁੰਦੇ ਆ, ਇਕੱਠੇ ਹੀ ਵਰਤਦੇ ਆ, ਫਿਰ ਹੀ ਉਹ ਜ਼ਿਆਦਾ ਸੁੰਦਰਤਾ ਪ੍ਰਗਟ ਹੁੰਦੀ ਆ ਉਹਦੀ ਸ਼ੇਰ ਦੀ। ਪਰ ਫਿਰ ਵੀ ਜਿਹੜਾ ਕਾਫੀਆ ਵਾ ਇਹ ਜ਼ਿਆਦਾ ਇੰਪੋਰਟੈਂਸ ਰੱਖਦਾ ਵਾ ਕਿ ਇਹ ਇਕੱਲਾ ਵੀ ਆ ਸਕਦਾ ਵਾ, ਪਰ ਰਦੀਫ ਇਕੱਲਾ ਨਹੀਂ ਆ ਸਕਦਾ। ਰਦੀਫ ਜੇ ਆਊਗਾ ਉਹ ਕਾਫੀਏ ਦੇ ਨਾਲ ਹੀ ਆਊਗਾ, ਕਾਫੀਆ ਇਕੱਲਾ ਆ ਸਕਦਾ। ਇਸ ਕਰਕੇ ਜਿਹੜਾ ਗਜ਼ਲ ਦੇ ਵਿੱਚ ਅੰਤ ਤੇ ਬਾਰ-ਬਾਰ ਹਮ ਵਜਨੀ ਸ਼ਬਦ ਆਉਂਦਾ ਵਾ ਉਹਨੂੰ ਕਾਫੀਆ ਕਹਿੰਦੇ ਆ। ਜੇ ਤੁਸੀਂ ਪਰਿਭਾਸ਼ਾ ਲਿਖਣੀ ਹੋਈ ਲਿਖ ਲਿਓ। ਅੱਗੇ ਗੱਲ ਕਰੀਏ ਰਦੀਫ ਦੀ, ਤੇ ਰਦੀਫ ਕੀ ਹੁੰਦਾ ਵਾ ਫਿਰ, ਉਹ ਸ਼ਬਦ ਜੋ ਕਾਫੀਏ ਤੋਂ ਬਾਅਦ ਹਰ ਸ਼ੇਰ ਵਿੱਚ ਆਵੇ, ਉਹ ਸ਼ਬਦ ਜੋ ਕਾਫੀਏ ਤੋਂ ਬਾਅਦ ਹਰ ਸ਼ੇਰ ਵਿੱਚ ਆਵੇ। ਆ ਫਿਰ ਵਾਸਤੇ ਕੀ ਹੋ ਗਿਆ, ਰਦੀਫ ਹੋ ਗਿਆ, ਠੀਕ ਹੈ ਜੀ। ਆ ਹੋ ਗਿਆ ਕਾਫੀਆ ਆਪਣੇ ਕੋ, ਇੱਥੇ ਮੈਂ ਲਿਖ ਦੇਣਾ। ਉਹ ਸ਼ਬਦ ਜੋ ਕਾਫੀਏ ਤੋਂ ਬਾਅਦ ਬਾਰ-ਬਾਰ ਸ਼ੇਰ ਵਿੱਚ ਆਵੇ, ਆ ਰਦੀਫ ਹੋ ਗਿਆ। ਆ ਜਿਹੜਾ ਵਾ ਕਾਫੀਆ, ਪਹਿਲਾਂ ਕਾਫੀਏ ਬਾਰੇ ਵੀ ਪਤਾ ਲੱਗ ਗਿਆ, ਰਦੀਫ ਬਾਰੇ ਵੀ ਪਤਾ ਲੱਗ ਗਿਆ। ਹੁਣ ਆਪਾਂ ਗੱਲ ਕਰਦੇ ਆ ਇਹਦੇ ਅਗਲੇ ਜਿਹੜੇ ਸ਼ਬਦ ਹੁੰਦੇ ਆ, ਇਹਨਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਮਤਲਾ
मकता। इन्हां बारे गलबात करते हैं भी ये की है। मतला लिखो पहला। वैसे ये अखरी अर्थ मैं लिखा दा शेर दे, वो भी लिख लो जो लिखने ते आ सकता जी प्रश्न। शेर दे अखरी अर्थ की होंदे आ सिर दे वाल। शेर दे अखरी अर्थ सिर दे वाल। ਇਹ ਮੰਨਿਆ ਜਾਂਦਾ ਸੀ ਵੀ ਜਿੱਦਾਂ ਸਿਰ ਦੇ ਵਾਲ ਜਦੋਂ ਵਾਹੇ ਜਾਣ ਤੇ ਸਿਰ ਸੋਹਣਾ ਲੱਗਣ ਲੱਗ ਪੈਂਦਾ ਵਾ, ਇਸੇ ਤਰ੍ਹਾਂ ਜਦੋਂ ਸ਼ਬਦ ਸਵਾਰ ਕੇ ਲਿਖੇ ਜਾਣ ਤੇ ਉਹ ਸੋਹਣੇ ਲੱਗਣ ਲੱਗ ਪੈਂਦੇ ਆ ਜਿਸ ਕਿਸੇ ਵੀ ਕਾਵਿ ਰੂਪ ਦੇ ਵਿੱਚ, ਉਹਨੂੰ ਹੀ ਫਿਰ ਸ਼ੇਰ ਕਹਿਣਾ ਸ਼ੁਰੂ ਕਰ ਦਿੱਤਾ ਵੀ ਸ਼ਬਦਾਂ ਨੂੰ ਸਵਾਰ ਕੇ ਲਿਖਿਆ ਵਾ, ਕਾਫੀਆ ਰਦੀਫ ਦੇ ਰਾਹੀਂ ਲਿਖਿਆ ਵਾ, ਮੇਲ ਕੇ ਲਿਖਿਆ ਵਾ, ਹਮ ਵਜ਼ਨੀ ਕਰਕੇ ਜਿਹੜਾ ਵਾ ਉਹ ਬਹਿਰ ਤੋਲ ਵਜ਼ਨ ਉਹਨਾਂ ਦਾ ਬਣਾ ਕੇ ਫਿਰ ਜਿਹੜਾ ਵਾ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਆ, ਜਿਹਦੇ ਨਾਲ ਉਹ ਸ਼ੇਰ ਬਣ ਗਿਆ ਵਾ, ਉਹ ਸੁੰਦਰ ਹੋ ਗਿਆ ਵਾ ਸਿਰ ਦੇ ਵਾਲਾਂ ਵਾਂਗੂ। ਠੀਕ ਹੈ ਜੀ, ਇਹਦੇ ਵਿੱਚ ਇਹੋ ਹੀ ਆ। ਹੁਣ ਇਹਦੇ ਵਿੱਚ ਹੋਰ ਜੇ ਕੋਈ ਚੀਜ਼ ਹੈਗੀ ਦੱਸਣ ਵਾਲੀ ਤੇ ਉਹ ਇਹ ਅਰਬੀ ਭਾਸ਼ਾ ਦਾ ਸ਼ਬਦ ਜੇ ਸ਼ੇਰ, ਇਹ ਵੀ ਚੇਤਾ ਰੱਖਿਓ। ਤੁਹਾਨੂੰ ਮੈਂ ਦੱਸਿਆ ਸਾਰੇ ਸ਼ਬਦ ਜਿਹੜੇ ਆ ਅਰਬੀ ਤੋਂ ਹੀ ਆਏ ਆ। ਸ਼ੇਰ ਵੀ ਕੀ ਆ, ਅਰਬੀ ਭਾਸ਼ਾ ਦਾ ਸ਼ਬਦ ਆ ਜਿਹਦੇ ਅਰਥ ਆ ਸਿਰ ਦੇ ਵਾਲ। ਅੱਗੇ ਗੱਲਬਾਤ ਕਰਦੇ ਆ ਆਪਾਂ। ਹੁਣ ਤੁਸੀਂ ਆ ਜਾਓ ਮਤਲਾ ਤੇ। ਪਹਿਲਾਂ ਮਤਲਾ ਦੇ ਬਾਰੇ ਗੱਲਬਾਤ ਕਰਦੇ ਆ। ਮੈਂ ਰੱਬ ਕਰ ਦੇਣਾ ਆ ਜਿਹੜਾ ਸ਼ੇਰ ਹੈ ਇਹ ਲਿਖਿਆ ਰਹਿਣ ਦੇਣਾ, ਬਾਕੀ ਤੁਹਾਨੂੰ ਸਾਰਾ ਪਤਾ ਲੱਗ ਗਿਆ। ਮਿਸਰਾ ਕੀ ਹੁੰਦਾ, ਸ਼ੇਰ ਕੀ ਹੁੰਦਾ ਵਾ ਉਹ ਪਤਾ ਲੱਗ ਗਿਆ। ਹੁਣ ਕਰਦੇ ਆ ਗੱਲ ਮਤਲਾ ਦੀ। ਕਾਫੀਆ ਵੀ ਪਤਾ ਲੱਗ ਗਿਆ, ਰਦੀਫ ਵੀ ਪਤਾ ਲੱਗ ਗਿਆ। ਹੁਣ ਆ ਜਾਓ ਮਤਲੇ ਤੇ। ਮਤਲਾ ਮਤਲਾ ਕੀ ਹੁੰਦਾ ਵਾ ਆਪਾਂ ਸਾਰਿਆਂ ਨੂੰ ਪਤਾ। ਆਪਾਂ ਕਹਿੰਦੇ ਆ ਗਜ਼ਲ ਦਾ ਪਹਿਲਾ ਸ਼ੇਰ ਮਤਲਾ ਹੁੰਦਾ ਹੈ, ਇਹ ਆਪਾਂ ਸਾਰਿਆਂ ਨੇ ਯਾਦ ਕੀਤਾ ਹੋਇਆ। ਨਾਲ ਇਹਦੇ ਇੱਕ ਹੋਰ ਚੀਜ਼ ਯਾਦ ਰੱਖਣੀ ਹੈ। ਮੰਨ ਲਓ ਇਹ ਨਾ ਆਵੇ, ਗਜ਼ਲ ਦਾ ਪਹਿਲਾ ਸ਼ੇਰ ਮਤਲਾ ਹੁੰਦਾ ਹੈ ਤੇ ਇਹਦੀ ਜਗ੍ਹਾ ਹੋਰ ਕੁਝ ਆ ਜਾਵੇ ਤੇ ਫਿਰ ਉਹ ਵੀ ਚੀਜ਼ ਯਾਦ ਰੱਖਣੀ ਆ। ਉਹ ਤੁਸੀਂ ਲਿਖ ਸਕਦੇ ਜੇ ਗਜ਼ਲ ਦਾ ਆਰੰਭ ਜਿਸ ਸ਼ੇਰ ਤੋਂ ਹੁੰਦਾ ਹੈ ਉਹ ਤੇ ਮਤਲਾ ਹੈਗਾ ਹੀ ਆ, ਗਜ਼ਲ ਦਾ ਪਹਿਲਾ ਸ਼ੇਰ। ਨਾਲ ਲਿਖੋ ਜਿਹੜਾ ਗਜ਼ਲ ਦਾ ਪਹਿਲਾ ਸ਼ੇਰ ਆ ਮਤਲਾ, ਉਹਦੇ ਵਿੱਚ ਹਮ ਕਾਫੀਆ ਤੇ ਹਮ ਰਦੀਫ ਹੁੰਦਾ ਹੈ। ਕਈ ਵਾਰੀ ਇਦਾਂ ਹੀ ਪੁੱਛ ਲੈਂਦੇ ਜੇ ਗਜ਼ਲ ਦਾ ਉਹ ਸ਼ੇਰ ਜਿਸ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ, ਜਾਂ ਗਜ਼ਲ ਦਾ ਪਹਿਲਾ ਸ਼ੇਰ ਜਿਸ ਦੇ ਵਿੱਚ ਹਮ ਕਾਫੀਆ ਤੇ ਹਮ ਰਦੀਫ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਆ? ਉਸ ਨੂੰ ਮਤਲਾ ਕਹਿੰਦੇ ਆ। ਇਹ ਇਹਦੇ ਵਿੱਚ ਹਦਾਇਤ ਹੁੰਦੀ ਆ ਹਮ ਕਾਫੀਆ ਤੇ ਹਮ ਰਦੀਫ ਹੋਣ ਦੀ। ਕੀ ਮਤਲਬ ਆ ਹਮ ਕਾਫੀਆ ਤੇ ਹਮ ਰਦੀਫ ਦਾ, ਉਹ ਮੈਂ ਸਮਝਾਉਣਾ ਵਾ। ਪਹਿਲਾਂ ਤੁਸੀਂ ਨੋਟ ਕਰਨਾ ਕਰ ਲਓ। ਗਜ਼ਲ ਦਾ ਪਹਿਲਾ ਸ਼ੇਰ ਜਾਂ ਜਿਸ ਗਜ਼ਲ ਦੇ ਜਿਸ ਸ਼ੇਰ ਤੋਂ ਉਸ ਦਾ ਆਰੰਭ ਹੁੰਦਾ ਹੈ ਉਸ ਨੂੰ ਮਤਲਾ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਕੀ ਆ ਹਮ ਕਾਫੀਆ ਤੇ ਹਮ ਰਦੀਫ ਹੁੰਦਾ ਹੈ। ਹੁਣ ਹੋਰ ਕੀ ਆ ਸਕਦਾ ਪ੍ਰਸ਼ਨ ਜਿਹਦੀ ਮੈਂ ਗੱਲਬਾਤ ਕਰਦਾ ਪਿਆ ਸੀ, ਇਹ ਤੁਹਾਨੂੰ ਪੁੱਛ ਸਕਦੇ ਆ ਕਿਹੜੀ ਭਾਸ਼ਾ ਦਾ ਸ਼ਬਦ ਹੈ, ਉਹ ਅਰਬੀ ਦਾ ਹੈ। ਇਹਦੇ ਅਰਥ ਪੁੱਛ ਸਕਦੇ ਜੇ ਮਤਲਾ ਦੇ। ਤੁਸੀਂ ਤੇ ਇਹ ਇਕੱਲਾ ਯਾਦ ਕਰ ਲਿਆ ਆ ਵੀ ਗਜ਼ਲ ਦਾ ਪਹਿਲਾ ਸ਼ੇਰ ਮਤਲਾ। ਮੰਨ ਲਓ ਇਹ ਨਾ ਪੁੱਛਿਆ ਉਹਨੇ, ਇਹਦੇ ਅਰਥ ਪੁੱਛ ਲਏ ਉਹਨੇ। ਫਿਰ ਇਹਦੇ ਅਰਥ ਹੁੰਦੇ ਜੇ ਸੂਰਜ ਦਾ ਚੜ੍ਹਨਾ, ਚੇਤਾ ਰੱਖਿਓ, ਸੂਰਜ ਦਾ ਚੜ੍ਹਨਾ। ਠੀਕ ਹੈ, ਜਾਂ ਇਹਦੇ ਇਹ ਅਰਥ ਲੈ ਲਓ ਸੂਰਜ ਦਾ ਚੜ੍ਹਨਾ, ਜਾਂ ਇਹਦੇ ਇਹ ਅਰਥ ਤੁਸੀਂ ਲੈ ਸਕਦੇ ਜੇ ਉਦੈ ਹੋਣਾ। ਇੱਕੋ ਹੀ ਗੱਲ ਹੈ। ਹੁਣ ਆਂਦੇ ਆ ਉਹ ਚੀਜ਼ ਜਿਹਦੇ ਨਾਲ ਗਜ਼ਲ ਦਾ ਉਦੈ ਹੋ ਰਿਹਾ ਹੈ, ਉਹ ਕੀ ਹੈ? ਉਹ ਮਤਲਾ ਹੈ। ਕੋਈ ਗਜ਼ਲ ਜਿੱਥੋਂ ਸ਼ੁਰੂ ਹੋ ਰਹੀ ਹੈ ਉਹ ਮਤਲਾ ਹੈ, ਇਸ ਕਰਕੇ ਇਹਨੂੰ ਮਤਲਾ ਕਹਿੰਦੇ ਆ। ਇਹਦੇ ਵਿੱਚ ਇੱਕ ਮੈਂ ਤੁਹਾਨੂੰ ਗੱਲ ਦੱਸੀ ਸੀ, ਇਹਦੇ ਵਿੱਚ ਹਮ ਕਾਫੀਆ ਤੇ ਹਮ ਰਦੀਫ ਹੁੰਦਾ ਵਾ। ਹੁਣ ਉਹ ਕੀ ਆ? ਹਮ ਕਾਫੀਆ ਤੇ ਹਮ ਰਦੀਫ। ਹਮ ਦਾ ਮਤਲਬ ਕੀ ਹੋ ਗਿਆ? ਸੇਮ। ਜਦੋਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਵਾ ਸੇਮ ਦੀ ਜਿਹੜੀ ਉਹ ਟੋਨ ਨਿਕਲੇ, ਸੇਮ ਜਿਹਾ ਹਮ ਵਜ਼ਨੀ ਸ਼ਬਦ ਜਿਹੜੇ ਆ ਉਹ ਸੇਮ ਹੋਣ, ਮਤਲਬ ਇੱਕੋ ਜਿਹੇ ਵਜ਼ਨ ਦੇ ਸ਼ਬਦ ਹੋਣ, ਸੇਮ ਉਹਨਾਂ ਦਾ ਲਹਿਜਾ ਹੋਵੇ, ਤੇ ਜਿਹੜੀ ਉਹਨਾਂ ਦੇ ਤੁਸੀਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਜੇ ਉਹਨਾਂ ਦੇ ਵਿੱਚ ਜਿਹੜੀ ਪਿਛੇਤਰ ਲੱਗਾ ਵਾ ਉਹ ਸੇਮ ਹੋਵੇ। ਆਮ ਸੌਖੇ ਸ਼ਬਦਾਂ ਦੇ ਵਿੱਚ ਜੇ ਯਾਦ ਰੱਖਣਾ, ਜਿੱਦਾਂ ਕੀ ਆ ਖੁਸ਼ੀ ਦੇ ਵਿੱਚ ਈ ਲੱਗਾ ਵਾ, ਆਦਮੀ ਇੱਥੇ ਵੀ ਈ ਆਉਂਦਾ ਵਾ। ਇਹ ਕੀ ਹੈਗਾ ਵਾ? ਈ ਜਿਹੜਾ ਵਾ ਇੱਥੇ ਖੁਸ਼ੀ ਦੇ ਵਿੱਚ ਤੇ ਆਦਮੀ ਦੇ ਵਿੱਚ, ਜਿਹੜਾ ਇਹਨਾਂ ਦੋਵਾਂ ਦੇ ਵਿੱਚ ਈ ਆਇਆ ਵਾ, ਇਹ ਇਹਨਾਂ ਦੇ ਵਿੱਚ ਕਾਫੀਆ ਮੇਲ ਆ। ਇਹੋ ਹੀ ਕਾਫੀਆ ਮੇਲ ਆ, ਇਹਨੂੰ ਆਂਦੇ ਹਮ ਕਾਫੀਆ। ਵੀ ਜੇ ਇੱਥੇ ਈ ਖੁਸ਼ੀ ਆਦਮੀ ਤੇ ਉੱਥੇ ਵੀ ਕੀ ਆਂਦਾ ਪਿਆ ਵਾ? ਈ ਆਂਦਾ ਪਿਆ ਵਾ। ਠੀਕ ਹੈ, ਜਿੱਦਾਂ ਸੁਖਵਿੰਦਰ ਅਮਰਤ ਹੋਣੀ ਵੀ ਆਪਣੀ ਗਜ਼ਲ ਲਿਖਦੇ ਆ, ਐਵੇਂ 11 ਨਾਲ ਮਿੱਠਾ ਬੋਲ ਹੋ ਗਿਆ, ਸਾਥੋਂ ਜ਼ਿੰਦਗੀ 'ਚ ਆਪੇ ਜ਼ਹਿਰ ਘੋਲ ਹੋ ਗਿਆ। ਉੱਥੇ ਕੀ ਆ ਗਿਆ? ਬੋਲ ਕੀ ਹੈਗਾ? ਕਾਫੀਆ ਹੋ ਗਿਆ ਕੀ ਹੈਗਾ? ਰਦੀਫ। ਘੋਲ ਥੱਲੜਲੀ ਜਿਹੜੀ ਆ ਮਿਸਰੇ ਦੇ ਵਿੱਚ ਤੁਕ ਦੇ ਵਿੱਚ ਆਇਆ, ਘੋਲ ਕੀ ਹੈਗਾ? ਕਾਫੀਆ। ਫਿਰ ਅੱਗੇ ਕੀ ਹੈਗਾ ਵਾ? ਹੋ ਗਿਆ, ਫਿਰ ਰਦੀਫ ਆ। ਤੇ ਕਾਫੀਆ ਉੱਥੇ ਵੀ ਹਮ ਵਜ਼ਨੀ ਆ ਨਾ, ਸੇਮ ਆ। ਹਮ ਕਾਫੀਆ ਤੇ ਹਮ ਰਦੀਫ। ਹਮ ਰਦੀਫ ਮਤਲਬ ਆ ਵੀ ਸੇਮ ਆ, ਵਾਸਤੇ। ਉੱਥੇ ਵੀ ਬੋਲ ਘੋਲ, ਇੱਥੇ ਵੀ ਖੁਸ਼ੀ ਆਦਮੀ ਈ। ਇਹਨੂੰ ਆਂਦੇ ਹਮ ਕਾਫੀਆ ਤੇ ਹਮ ਰਦੀਫ। ਮਤਲਬ ਦੇ ਵਿੱਚ ਇਹਦੀ ਹਦਾਇਤ ਆ ਵੀ ਹਮ ਕਾਫੀਆ ਤੇ ਹਮ ਰਦੀਫ ਹੋਣਾ ਚਾਹੀਦਾ। ਇਹ ਨੋਟ ਕਰ ਲਿਓ। ਤੇ ਜਿਹੜਾ ਮਤਲਾ ਹੁੰਦਾ ਜੇ ਇਹਨੂੰ ਗਜ਼ਲ ਦਾ ਜ਼ਰੂਰੀ ਅੰਗ ਮੰਨਿਆ ਜਾਂਦਾ ਜੇ, ਇਹ ਵੀ ਨੋਟ ਕਰ ਲਿਓ, ਪ੍ਰਸ਼ਨ ਬਣ ਸਕਦਾ ਜੇ।
गजल का जरूरी अंग है मतला। बाकी होर ऑप्शन पा देंगे तुहानू एवें मिसरा है, मकता है या होर कोई ऑप्शन बना देंगे। तो इस करके चेता रखियो गजल का जरूरी अंग हुंदा जे मतला, जिहदे तो गजल की शुरुआत हुंदी आ। ते इहदा एक होर नाम हैगा जी भारत दे विच जां अपने जिहड़े पंजाब दे विच जिहड़े आ ਉਹ ਇਹਨੂੰ ਕੀ ਕਹਿੰਦੇ पंजाबी ਦੇ ਵਿੱਚ ਕੁਝ ਸ਼ਾਇਰ ਮਤਲੇ ਨੂੰ ਮੁਖੜਾ ਕਹਿੰਦੇ ਜੀ। ਆਹ ਜਿਹੜੀਆਂ ਚੀਜ਼ਾਂ ਹੁੰਦੀਆਂ ਜੇ ਮੇਨ ਨੋਟ ਕਰਨ ਵਾਲੀਆਂ ਜਿਨ੍ਹਾਂ ਦੇ ਵਿੱਚ ਡਿਟੇਲ 'ਚ ਪ੍ਰਸ਼ਨ ਬਣ ਸਕਦਾ ਵਾ। ਜੇ ਇਹ ਨਹੀਂ ਆਉਂਦੀਆਂ, ਜੇ ਮਾਸਟਰ ਕੈਡਰ ਦਾ ਲੈਵਲ ਹੀ ਨਹੀਂ ਪਤਾ, ਜੇ ਇਹਨਾਂ ਨੂੰ ਹੀ ਨਹੀਂ ਪੜਿਆ ਤੇ ਫਿਰ ਉੱਥੇ ਗਲਤੀਆਂ ਕਰਨੀਆਂ ਹੀ ਆ। ਫਿਰ ਘਰ ਆ ਕੇ ਇਹੋ ਕਹਿਣਾ ਲੈ ਇਹ ਤੇ ਸੌਖਾ ਹੀ ਬੜਾ ਸੀ, ਮੇਰਾ ਤੇ ਸੌਖਾ ਜਿਹਾ ਪ੍ਰਸ਼ਨ ਉੱਥੇ ਗਲਤ ਹੋ ਗਿਆ। ਤੇ ਲੈਵਲ ਇਹੋ ਹੀ ਹੈ ਮਾਸਟਰ ਕੈਡਰ ਦਾ ਜੋ ਆਪਾਂ ਕਰਦੇ ਪਏ ਆ। ਇਹਨੂੰ ਧਿਆਨ ਨਾਲ ਕਰੋ, ਇਹਦੇ ਵਿੱਚ ਗਲਤੀ ਨਹੀਂ ਹੋਣੀ ਚਾਹੀਦੀ। ਇਹਨੂੰ ਮੁਖੜਾ ਕਹਿੰਦੇ ਆ ਮਤਲਾਂ ਨੂੰ। ਅੱਗੇ ਆਪਾਂ ਗੱਲਬਾਤ ਕਰਦੇ ਆ। ਤੇ ਇਹ ਦੋ ਤੁਕਾਂ ਤੋਂ ਮਿਲ ਕੇ ਬਣਦਾ ਹੈ ਮਤਲਾ, ਇਹ ਤੁਹਾਨੂੰ ਪਤਾ ਹੀ ਹੈ। ਜਿੱਦਾਂ ਦੋ ਤੁਕਾਂ ਤੋਂ ਸ਼ੇਅਰ ਇੱਕ ਸ਼ੇਅਰ ਮਿਲ ਕੇ ਬਣਦਾ, ਉਹਦਾ ਹੀ ਮਤਲੇ ਦੇ ਵਿੱਚ ਵੀ ਦੋ ਹੀ ਤੁਕਾਂ ਜਿਹੜੀਆਂ ਵਾ ਉਹ ਹੁੰਦੀਆਂ ਜਾਂ ਦੋ ਮਿਸਰੇ ਹੁੰਦੇ ਆ, ਜਿਹਦੇ ਵਿੱਚ ਬਹਿਰ ਤੋਲ ਜਿਹੜਾ ਵਾ ਕਾਫੀਆ ਤੇ ਰਦੀਫ ਹਮ ਵਜ਼ਨੀ ਕਹ ਲਓ ਜਾਂ ਸਮਾਨ ਹੁੰਦਾ ਹੈ। ਆਹ ਦੇਖੋ ਹਮ ਵਜ਼ਨੀ, ਹਮ ਕਾਫੀਆ, ਹਮ ਰਦੀਫ ਜਾਂ ਬਹਿਰ ਤੋਲ ਜਿਹੜਾ ਕਾਫੀਆ ਤੇ ਰਦੀਫ ਦਾ ਉਹ ਸਮਾਨ ਹੁੰਦਾ ਹੈ। ਠੀਕ ਹੈ ਜੀ, ਬਹਿਰ ਵੀ ਤੁਕਾਂਤ ਮੇਲ ਨੂੰ ਹੀ ਕਹਿੰਦੇ ਆ। ਅੱਗੇ ਆਪਾਂ ਗੱਲਬਾਤ ਕਰਦੇ ਆ। ਮਤਲਾ ਹੋ ਗਿਆ। ਹੁਣ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਬੜੀ ਕਨਫਿਊਜ਼ ਕਰਦੀ ਮੈਨੂੰ ਪਤਾ, ਉਹ ਹੈਗਾ ਸਾਨੀ ਮਤਲਾ ਤੇ ਹੁਸਨੇ ਮਤਲਾ। ਕਰਦੇ ਆ ਨਾ, ਇਹਦੇ ਬਾਰੇ ਗੱਲਬਾਤ ਕਰਦੇ ਆ। ਇਹ ਕੀ ਹੈ? ਕਾਫੀਆ ਰਦੀਫ ਤੁਸੀਂ ਜਿਹੜਾ ਵਾ ਉਹ ਸਮਝ ਲਿਆ। ਹੁਣ ਆ ਜਾਓ ਸਾਨੀ ਮਤਲਾ ਤੇ ਹੁਸਨੇ ਮਤਲਾ। ਸਾਨੀ ਮਤਲਾ ਤੇ ਹੁਸਨ ਇਹ ਮਤਲਾ, ਇਹ ਕੀ ਹੁੰਦਾ ਵਾ? ਹੁਣ ਮੈਂ ਤੁਹਾਨੂੰ ਦੱਸਿਆ ਵਾ ਕਿ ਮਤਲਾ ਕੀ ਹੁੰਦਾ ਵਾ। ਗਜ਼ਲ ਦਾ ਪਹਿਲਾ ਸ਼ੇਰ ਜਿਹਦੇ ਤੋਂ ਗਜ਼ਲ ਦੀ ਸ਼ੁਰੂਆਤ ਹੁੰਦੀ ਹੈ, ਜਿਹਦੇ ਵਿੱਚ ਹਮ ਕਾਫੀਆ ਤੇ ਹਮ ਰਦੀਫ ਹੁੰਦਾ ਹੈ। ਮਤਲਬ ਕਾਫੀਆ ਤੇ ਰਦੀਫ ਦਾ ਜਿਹੜਾ ਬਹਿਰ ਤੇ ਤੋਲ ਆ ਉਹ ਸਮਾਨ ਹੁੰਦਾ ਹੈ। ਇਹ ਮੈਂ ਤੁਹਾਨੂੰ ਦੱਸਿਆ ਵਾ ਹੁਣ ਤੱਕ, ਉਹ ਮਤਲਾ ਹੁੰਦਾ ਹੈ। ਹੁਣ ਸਾਨੀ ਜਾਂ ਹੁਸਨੇ ਮਤਲਾ, ਪਹਿਲੀ ਗੱਲ ਤੇ ਦੋਵੇਂ ਨਾਂ ਇੱਕੋ ਹੀ ਆ, ਕੋਈ ਇਹਨਾਂ 'ਚ ਡਿਫਰੈਂਸ ਨਹੀਂ ਹੈਗਾ। ਉਹ ਜਾਂ ਇੱਥੇ ਬਾਓ, ਜੇ ਤੁਹਾਨੂੰ ਉੱਥੇ ਸਾਨੀ ਮਤਲਾ ਪੁੱਛ ਲੈ ਜਾਂ ਇਹਦੀ ਜਗ੍ਹਾ ਹੁਸਨੇ ਮਤਲਾ ਨਾ ਆ ਜੇ ਤੇ ਉਹ ਇੱਕੋ ਹੀ ਗੱਲ ਆ। ਹੁਣ ਇਹ ਕੀ ਹੁੰਦਾ ਵਾ? ਤੁਹਾਨੂੰ ਮੈਂ ਦੱਸਿਆ ਗਜ਼ਲ ਦਾ ਜਿਹੜਾ ਪਹਿਲਾ ਸ਼ੇਰ ਆ ਉਹਦੇ ਵਿੱਚ ਉਹ ਕੀ ਕਰਦਾ ਵਾ, ਹਮ ਕਾਫੀਆ ਹਮ ਰਦੀਫ ਜਾਂ ਕਾਫੀਆ ਤੇ ਰਦੀਫ ਦਾ ਜਿਹੜਾ ਬਹਿਰ ਤੋਲਿਆ ਉਹ ਸਮਾਨ ਰੱਖਦਾ ਵਾ। ਵੈਸੇ ਜ਼ਿਆਦਾਤਰ ਗਜ਼ਲ ਕੋ ਇਦਾਂ ਨਹੀਂ ਕਰਦੇ, ਉਹ ਦੂਜੇ ਜਿਹੜਾ ਸ਼ੇਰ ਆ ਉਹਦੇ ਵਿੱਚ ਹਮ ਕਾਫੀਆ ਹਮ ਰਦੀਫ ਜਿਹੜਾ ਵਾ ਉਹਦੀ ਵਰਤੋਂ ਨਹੀਂ ਕਰਦੇ, ਉਹ ਬਦਲ ਦਿੰਦੇ ਆ। ਪਰ ਜੇਕਰ ਕੋਈ ਗਜ਼ਲ ਕੋ ਉਹਦੇ ਦੂਜੇ ਸ਼ੇਰ ਦੇ ਵਿੱਚ ਵੀ ਗਜ਼ਲ ਦੇ ਆ ਪਹਿਲਾ ਸ਼ੇਰ ਜਿੱਦਾਂ ਲਿਖਿਆ ਨਾ ਮੈਂ, ਤੇ ਜਾਂ ਜੇਕਰ ਕੋਈ ਗਜ਼ਲ ਕੋ ਜਿਹੜਾ ਵਾ ਜਿਹੜੀ ਸ਼ੇਰ ਉਹ ਲਿਖਦਾ ਪਿਆ ਵਾ ਜਾਂ ਜਿਹੜੀ ਗਜ਼ਲ ਲਿਖਦਾ ਪਿਆ ਵਾ ਉਹਦੇ ਦੂਜੇ ਸ਼ੇਰ ਦੇ ਵਿੱਚ ਵੀ ਹਮ ਕਾਫੀਆ ਤੇ ਹਮ ਰਦੀਫ ਦੀ ਵਰਤੋਂ ਕਰ ਲਵੇ ਤੇ ਉੱਥੇ ਫਿਰ ਕੀ ਹੁੰਦਾ ਜੀ, ਉਹਨੂੰ ਕਹਿੰਦੇ ਨੇ ਸਾਨੀ ਮਤਲਾ ਜਾਂ ਹੁਸਨੇ ਮਤਲਾ ਦੀ ਵਰਤੋਂ ਕੀਤੀ ਹੈ। ਠੀਕ ਹੈ ਜੀ, ਲੱਗੀ ਨਾ ਸਮਝ? ਉਦਾਹਰਨ ਦੇਣਾ ਇਹਨੂੰ ਰੱਬ ਕਰੋ, ਉਦਾਹਰਨ ਕਰਦੇ ਆਪਾਂ ਇੱਕ ਬੜੀ ਵਧੀਆ ਇਹਦੀ। ਦੇਖੋ ਸੁਰਜੀਤ ਪਾਤਰ ਹੋਣਾ ਦੀ ਜੇ ਗਜ਼ਲ ਮੈਂ ਦੱਸ ਦਿੱਤਾ ਤੁਹਾਨੂੰ। ਆਂਦੇ ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ, ਆ ਵੇਖੀ ਜਾਓ, ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ, ਮੈਂ ਤੁਹਾਨੂੰ ਸਾਰੀ ਉਦਾਹਰਨ ਦੇ ਦੇਣੀ। ਕਹਿੰਦੇ ਦਰਮਿਆਨ ਉਦੋਂ ਵੀ ਫਾਸਲੇ ਹੋਣਗੇ, ਦਰਮਿਆਨ ਉਦੋਂ ਵੀ ਫਾਸਲੇ ਹੋਣਗੇ। ਆ ਵੇਖੋ ਹੁਣ ਆ ਕੀ ਆ, ਇਹ ਮੰਨ ਲਓ ਗਜ਼ਲ ਦਾ ਪਹਿਲਾ ਸ਼ੇਰ ਆ, ਇਹ ਕੀ ਆ ਮਤਲਬ ਆ, ਇਹਦੇ ਵਿੱਚ ਹਮ ਕਾਫੀਆ ਵਾ, ਆ ਦੇਖੋ, ਤੇ ਇਹਦੇ ਵਿੱਚ ਹਮ ਰਦੀਫ ਆ। ਸਮਝ ਲੱਗ ਗਈ ਨਾ? ਮਿਲੇ ਫਾਸਲੇ ਇਹ ਹਮ ਵਜ਼ਨੀ ਬਹਿਰ ਤੋਲ ਆ ਗਿਆ, ਕਾਫੀ ਰਦੀਫ ਦਾ ਬਹਿਰ ਤੋਲ ਸਮਾਨ ਹੋ ਗਿਆ, ਹੋਣਗੇ ਇਹ ਹੋ ਗਿਆ ਗਜ਼ਲ ਦਾ ਪਹਿਲਾ ਸ਼ੇਰ, ਇਹ ਮਤਲਬ ਹੋ ਗਿਆ। ਠੀਕ ਹੈ ਜੀ, ਮੰਨ ਲਿਆ ਮਤਲਬ ਆ, ਬਿਲਕੁਲ ਠੀਕ ਆ। ਪਹਿਲਾ ਸ਼ੇਰ ਆ, ਦੋ ਮਿਸਰੇ ਆ ਵਿੱਚ ਤੇ ਮਤਲਬ ਆ। ਹੁਣ ਕੀ ਹੋ ਗਿਆ, ਜਦੋਂ ਅਗਲਾ ਸ਼ੇਰ ਲਿਖਣ ਲੱਗਾ ਵਾ ਗਜ਼ਲ ਕੋ, ਉਹਨੇ ਕੀ ਕੀਤਾ, ਉਹਨੇ ਉਹਦੇ ਵਿੱਚ ਵੀ ਹਮ ਕਾਫੀਆ ਤੇ ਹਮ ਰਦੀਫ ਦੀ ਵਰਤੋਂ ਕਰ ਦਿੱਤੀ ਆ। ਜ਼ਿਆਦਾਤਰ ਨਹੀਂ ਕਰਦੇ, ਗਜ਼ਲਾਂ ਸਰਚ ਕਰਕੇ ਵੇਖ ਲਿਓ ਤੁਸੀਂ, ਭਾਵੇਂ ਸੁਰਜੀਤ ਪਾਤਰ ਹੋਣਾ ਦੀਆਂ ਵੇਖ ਲਿਓ, ਜਗਤਾਰ ਹੋਣਾ ਦੀਆਂ ਵੇਖ ਲਿਓ, ਸੁਖਵਿੰਦਰ ਅੰਮ੍ਰਿਤ ਹੋਣਾ ਦੀਆਂ ਵੇਖ ਲਿਓ, ਜਿਨ੍ਹਾਂ ਦੀਆਂ ਮਰਜ਼ੀ ਦੇਖ ਲਿਓ, ਜਾਂ ਐਸ ਤਰਸੇਮ ਹੋਣਾ ਦੀਆਂ ਦੇਖ ਲਿਓ, ਤੇ ਨਹੀਂ ਵਰਤੋਂ ਕਰਦੇ ਜ਼ਿਆਦਾਤਰ। ਹੁਸਨੇ ਮਤਲਾ ਦੀ ਖਾਸ ਤੌਰ ਤੇ ਕਦੀ ਕਦੀ ਵਰਤੋਂ ਕਰਦੇ ਆ ਜਿਹੜੇ ਗਜ਼ਲ ਕੋ ਹੁੰਦੇ ਆ। ਹੁਣ ਮੰਨ ਲਓ ਇਹਦੇ ਵਿੱਚ ਕੀਤੀ ਆ ਇਹਨਾਂ ਨੇ, ਉਦਾਹਰਨ ਦੇਣਾ ਤੁਹਾਨੂੰ, ਦੂਜਾ ਸ਼ੇਰ ਲਿਖਦੇ ਆ, ਕਹਿੰਦੇ ਕੋਈ ਦੱਬੇ ਦਿਲਾਂ ਵਿੱਚ ਗਿਲੇ ਦੇਖੇ, ਆ ਵੇਖੋ, ਕੋਈ ਦੱਬੇ ਦਿਲਾਂ ਵਿੱਚ ਗਿਲੇ ਦੇਖੇ, ਉਹ ਕਹਿੰਦੇ ਕੋਈ ਦੱਬੇ ਦਿਲਾਂ ਵਿੱਚ ਗਿਲੇ ਹੋਣਗੇ, ਦੇਖੇ ਨਹੀਂ ਗਿਲੇ ਹੋਣਗੇ, ਕੋਈ ਦੱਬੇ ਦਿਲਾਂ ਵਿੱਚ ਗਿਲੇ ਹੋਣਗੇ। ਫਿਰ ਲਿਖਦੇ ਆ ਇਹ ਪੁਰਾਣੇ ਕੋਈ ਸਿਲਸਿਲੇ ਹੋਣਗੇ, ਇਹ
पुराने कोई सिलसिले होणगे। आ देखो हुण इत्थों सारा क्लीयर हो जाना तुहानूं हुसने मतला की आ ते सानी मतला की आ। अज तो बाद नहीं पुछोगे भी हुसने मतला की आ ते सानी मतला की आ सारा रख दिता तुहाडे सामने कढ के। पहला शेर है गजल का, वो लिखते सुरजीत पात्र होनी, आंदे जद वो सीने लग के मिले होणगे, जद वो सीने नूं लग के मिले होणगे, दरम्यान उदों भी फासले होणगे, हम काफिया मिले फासले होणगे मतलब आ बिल्कुल ठीक है। दूजे शेर दे विच भी हम काफिया हम रदीफ की वरतों कर लवे जदों कोई गजल गो उहनूं कहंदे जे सानी मतला जां हुसने मतला। दूजे शेर दे विच की कीता, पहला शेर हो गया पूरा, आ दूजा आ गया। ਇਹਦੇ ਵਿੱਚ ਕੀ ਕੀਤਾ, कोई दबे दिलों ਵਿੱਚ गिले होणगे, ਇਹ पुराने कोई सिलसिले होणगे। आ की आ गया गिले सिलसिले। आ दूजे शेर ਦੇ ਵਿੱਚ भी हम काफिया हम रदीफ ਦੀ ਵਰਤੋਂ ਹੋ ਗਈ ਆ ਤੇ ਇਹਨੂੰ ਕੀ ਕਿਹਾ ਵਾ, ਇਹਨੂੰ ਹੀ ਕਿਹਾ ਵਾ ਸਾਨੀ मतला ਜਾਂ ਹੁਸਨੇ मतला। ठीक है जी, ਇਹ ਨਹੀਂ ਹੁਣ ਭੁੱਲਣਾ, ਨਾ ਹੀ ਭੁੱਲੂਗਾ ਹੁਣ ਕਦੀ, ਪੁੱਛੋਗੇ ਨਹੀਂ ਕਿਸੇ ਨੂੰ ਅੱਜ ਤੋਂ ਬਾਅਦ ਕਿ ਇਹ ਕੀ ਹੁੰਦਾ ਵਾ। ਅੱਗੇ ਆ ਜਾਓ, ਹੁਣ ਅੱਗੇ ਆਪਾਂ ਚੱਲਦੇ ਹਾਂ ਮਕਤਾ ਤੇ। ਮਕਤਾ ਦੀ ਗੱਲ ਕਰਦੇ ਹਾਂ। ਮਕਤਾ ਕੁਝ ਵੀ ਨਹੀਂ ਆ, ਇੱਕ ਤੁਕ ਦੇ ਵਿੱਚ ਤੁਸੀਂ ਸਾਰਿਆਂ ਨੇ ਯਾਦ ਕੀਤਾ ਹੋਇਆ ਮਕਤਾ ਨੂੰ। ਉਹ ਕੀ ਹੈਗਾ ਵਾ, ਗਜ਼ਲ ਦਾ ਆਖਰੀ ਸ਼ੇਰ ਮਕਤਾ ਹੁੰਦਾ ਹੈ। ਠੀਕ ਹੈ ਜੀ, ਬਿਲਕੁਲ ਠੀਕ ਗੱਲ ਆ, ਗਜ਼ਲ ਦਾ ਆਖਰੀ ਸ਼ੇਰ ਮਕਤਾ ਹੈ। ਪਰ ਇਹਦੇ ਨਾਲ ਇੱਕ ਹੋਰ ਚੀਜ਼ ਐਡ ਕਰਨੀ ਆ, ਗਜ਼ਲ ਦਾ ਉਹ ਸ਼ੇਰ ਜਾਂ ਗਜ਼ਲ ਦਾ ਆਖਰੀ ਸ਼ੇਰ ਜਿਹਦੇ ਵਿੱਚ ਜਿਹੜਾ ਵਾ ਉਹ ਗਜ਼ਲ ਗਾਉਣੇ ਆਪਣੇ ਉਪਨਾਮ ਦੀ ਜਾਂ ਆਪਣੇ कह लो तखलस दी। तखलस भी वो चीज होंदी जिहड़ा बार बार कवि ने अपना कोई नाम रखिया हुंदा साहित्य दे विच जां कोई भी रचना करन दे विच वरतदा वा, अपने उपनाम दी, अपने तखलस दी, जां इहनूं कह सकदे जे अपने कलमी नाम दी जदों वो वरतों करदा है जिहड़े शेर दे विच। वैसे गजल दा आखिरी शेर ही मकता हुंदा वा, पर इहदे नाल एक होर चीज लिखनी आ कि गजल दे अंतले शेर दे विच जदों कवि अपने उपनाम दी, अपने कलमी नाम दी जां तखलस दी वरतों करदा है तां इस नूं मकता कहंदे हन। बस इन्नी गल है। हुण ये मकता की आ, ये भी अरबी भाषा दा ही शब्द आ। इहदे जिहड़े अर्थ आ ओह की आ, वैसे इहदे अर्थ होंदे कट्टिया होया, पर इहदे गजल दे विच अर्थ की आ, ये अर्थ वजों नहीं जाणिया जांदा। गजल दे विच ये की काहदे वजों जाणिया जांदा वा, समाप्ति वजों वरतिया जांदा है भी कोई चीज कटती आ, खत्म कर दित्ती आ, समाप्त कर दित्ती आ, ओहदे वजों इहदे अर्थ लए जांदे आ। गजल दे विच कट्टी गई मतलब बस खत्म हो गई। गजल दे विच किहड़े अर्थां वजों लिया जांदा वा मकता नूं भी गजल दी समाप्ति वजों वरतिया जांदा है। ते इहदे विच की हुंदा वा, गजल गो दा, कवि दा जां जिहड़ा भी लिखदा पिया वा गजल, ओहदा जिहड़ा तखलस हुंदा वा, ओहदा उपनाम हुंदा वा, ओहदा कलमी नाम हुंदा। इहदे विच इहदे ते भी विद्वानां दी हुण जिहड़ी आ अद्धियां क आलोचकां दी सहमति हैगी आ भी ਇਹ ਜਿਹੜਾ ਵਾ ਜ਼ਰੂਰੀ ਆ ਉਪਨਾਮ ਦੇਣਾ ਜਾਂ ਤਖਲਸ ਦੇਣਾ। ਕਈ ਮੰਨਦੇ ਨਹੀਂ ਜ਼ਰੂਰੀ। ਤੁਹਾਨੂੰ ਦੋਵੇਂ ਤਰ੍ਹਾਂ ਦੀਆਂ ਗਜ਼ਲਾਂ ਮਿਲਣਗੀਆਂ। ਜਗਤਾਰ ਹੋਣਾ ਨੇ ਕਈਆਂ 'ਚ ਦਿੱਤਾ ਹੋਇਆ ਵਾ, ਸੁਰਜੀਤ ਪਾਤਰ ਹੋਣਾ ਨੇ ਕਈਆਂ 'ਚ ਦਿੱਤਾ, ਕਈਆਂ 'ਚ ਨਹੀਂ ਦਿੱਤਾ। ਜਗਤਾਰ ਹੋਣਾ ਨੇ ਵੀ ਕਈਆਂ 'ਚ ਦਿੱਤਾ, ਕਈਆਂ 'ਚ ਨਹੀਂ ਦਿੱਤਾ। ਸੁਖਵਿੰਦਰ ਅੰਮ੍ਰਿਤ ਹੋਣਾ ਨੇ ਵੀ ਨਹੀਂ ਦਿੱਤਾ ਹੋਇਆ। ਤੇ ਇਹ ਜ਼ਰੂਰੀ ਨਹੀਂ ਆ ਹਦਾਇਤ ਵੀ ਨਾਮ ਦੇਣਾ ਹੀ ਦੇਣਾ ਵਾ। ਇਹ ਮਤਭੇਦ ਹੈਗੇ ਆ ਵਿਦਵਾਨਾਂ ਦੇ, ਆਲੋਚਕਾਂ ਦੇ ਆਪਸ ਦੇ ਵਿੱਚ। ਕਈ ਆਂਦੇ ਆ ਜੀ ਜ਼ਰੂਰੀ ਆ, ਤੇ ਇਸ ਕਰਕੇ ਇਹਨੂੰ ਗਜ਼ਲ ਦਾ ਜਿਹੜਾ ਵਾ ਜ਼ਿਆਦਾਤਰ ਜ਼ਰੂਰੀ ਅੰਗ ਨਹੀਂ ਮੰਨਦੇ ਉਪਨਾਮ ਦੇਣ ਨੂੰ ਜਾਂ ਨਾਮ ਦੇਣ ਨੂੰ ਗਜ਼ਲ ਦੇ ਅਖੀਰਲੇ ਸ਼ੇਰ ਦੇ ਵਿੱਚ। ठीक है जी, ये चीज तुसीं जिहड़ा वा नोट कर लैनी आ। उदाहरण के तौर पर मैं तुहानूं दसदा इहदे विच की आ सकदा वा। जिद्दां एस तरसेम दी गजल दी एग्जाम्पल लई सी आपां पहिलां, जिंदगी फिर है किस खुशी वास्ते, आदमी जे नहीं आदमी वास्ते। ते इह गजल दे अखीर ते जदों अखीरला शेर लिखदे आ ओह, जिहनूं आपां मकता कहंदे आ, ओह लिखदे आ, रोज तरसेम तां सारे ब्रह्मंड चों भाल भाल, रोज तरसेम तां सारे ब्रह्मंड चों भालदा महक नित दोस्ती वास्ते। ਇਹਦੇ ਵਿੱਚ ਕੀ ਆ, ਆਪਣਾ ਨਾਂ ਲੈ ਲਿਆ ਉਹਨਾਂ ਨੇ ਵੀ ਰੋਜ਼ ਤਰਸੇਮ ਤਾਂ ਸਾਰੇ ਬ੍ਰਹਮੰਡ ਚੋਂ ਭਾਲਦਾ ਮਹਿਕ ਨਿਤ ਦੋਸਤੀ ਵਾਸਤੇ। ਇਹ ਉਹਨਾਂ ਦੀ ਗਜ਼ਲ ਸੀ, ਐਸ ਤਰਸੇਮ ਉਹਨਾਂ ਦੀ। ਉਹਦੇ ਵਿੱਚ ਉਹਨਾਂ ਨੇ ਆਪਣਾ ਨਾਂ ਲਿਆ, ਉਹ ਮਕਤਾ ਵਾ। ਅੱਗੇ ਆਪਾਂ ਗੱਲਬਾਤ ਕਰਦੇ ਹਾਂ। ਇੱਕ ਹੋਰ ਚੀਜ਼ ਤੁਸੀਂ ਸੁਣੀ ਹੋਊਗੀ ਗਜ਼ਲ ਦੇ ਵਿੱਚ, ਉਹ ਸੁਣੀ ਹੋਊਗੀ ਮੁਸਲਸਲ ਗਜ਼ਲ। ਇਹ ਕੀ ਹੁੰਦੀ ਹੈ? ਮੁਸਲਸਲ ਗਜ਼ਲ कुछ भी नहीं है ਇਹਦੇ ਵਿੱਚ, नॉर्मल जी गल आ। मुसलसल गजल की हुंदी आ, ਜਦੋਂ कोई गजल ਦੇ ਵਿੱਚ ਜਿੰਨੇ ਵੀ ਉਹਦੇ ਸ਼ੇਰ ਆ, ਜਿੰਨੇ ਵੀ ਲਿਖੇ ਆ ਉਹਨੇ 10 ਲਿਖੇ ਆ, 15 ਲਿਖੇ ਆ, 15 ਸ਼ੇਰ ਲਿਖੇ, ਉਹਨਾਂ ਸਾਰਿਆਂ ਦਾ ਵਿਸ਼ਾ ਇੱਕ ਹੋਵੇ ਤੇ ਉਹ ਇੱਕ ਵਿਚਾਰਧਾਰਾ ਦੇ ਵਿੱਚ, ਇੱਕ ਲੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਸੰਬੰਧਿਤ ਹੋਣ ਜਾਂ ਬੱਝੇ ਹੋਣ। ਬਸ ਜਿਹੜੀ ਗਜ਼ਲ ਦੇ ਵਿੱਚ ਜਿੰਨੇ ਵੀ ਸ਼ੇਰ ਉਹਨੇ ਲਿਖੇ ਆ, ਸਾਰੇ ਦੇ ਸਾਰੇ ਸ਼ੇਰ ਇੱਕੋ ਵਿਸ਼ੇ ਨਾਲ ਸੰਬੰਧਿਤ ਹੋਣ ਤੇ ਨਾਲ ਕੀ ਆ, ਹਰ ਸ਼ੇਰ ਭਾਵ ਤੇ ਵਿਚਾਰ ਪੱਖੋਂ ਉਹਨਾਂ ਦੇ ਭਾਵ ਤੇ ਵਿਚਾਰ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਮਿਲਦੇ ਹੋਣ, ਲੜੀ ਵਿੱਚ ਪਰੋਏ ਹੋਣ। ਬਸ ਫਿਰ ਮੈਂ ਰਿਪੀਟ ਕਰਦਾ ਵਾਂ
ਕਿਸੇ ਵੀ ਗਜ਼ਲ ਦੇ ਵਿੱਚ ਜਦੋਂ ਉਹਦੇ ਜਿੰਨੇ ਵੀ ਸ਼ੇਰ ਆ ਉਹ ਉਹਨਾਂ ਦਾ ਵਿਸ਼ਾ ਇੱਕ ਹੋਵੇ ਤੇ ਉਹਨਾਂ ਦੇ ਜਿਹੜੇ ਭਾਵ ਤੇ ਵਿਚਾਰ ਆ ਸ਼ੇਰਾਂ ਦੇ ਉਹ ਇੱਕ ਲੜੀ ਵਿੱਚ ਪਰੋਏ ਹੋਣ। ਮਤਲਬ ਕੋਈ ਸ਼ੇਰ ਵੱਖਰਾ ਨਾ ਕੀਤਾ ਜਾਵੇ, ਵੱਖਰਾ ਕੀਤਾ ਗਿਆ ਤੇ ਗਜ਼ਲ ਦਾ ਜਿਹੜਾ ਸਵਾਦ ਮਰ ਜੂਗਾ, ਉਹਦੇ ਅਰਥ ਜਿਹੜੇ ਆ ਖਰਾਬ ਹੋ ਜਾਣਗੇ ਸਾਰੇ। ਤੇ ਇੱਕ ਲੜੀ ਦੇ ਵਿੱਚ ਵੱਜੇ ਹੋਣ ਸਾਰੇ ਸ਼ੇਰ, ਉਹ ਜਿਹੜੀ ਗਜ਼ਲ ਨੂੰ ਕਹਿੰਦੇ ਜੇ ਮੁਸੱਲਸ ਗਜ਼ਲ। ਬਸ ਇੰਨਾ ਹੀ ਹੈ ਇਹਦੇ ਵਿੱਚ। ਹੁਣ ਅੱਗੇ ਆਪਾਂ ਗੱਲਬਾਤ ਕਰਦੇ ਆਂ ਗਜ਼ਲ ਦੇ ਵਿਸ਼ੇ ਬਾਰੇ ਵੀ ਗਜ਼ਲ ਦੇ ਵਿੱਚ ਕਿਹੋ ਜਿਹੇ ਵਿਸ਼ੇ ਲਏ ਜਾਂਦੇ ਆ, ਹੁਣ ਕਿਹੜੇ ਵਿਸ਼ੇ ਲਏ ਜਾਂਦੇ ਆ, ਜਦੋਂ ਗਜ਼ਲ ਦੀ ਸ਼ੁਰੂਆਤ ਹੋਈ ਸੀ ਉਦੋਂ ਕਿਹੜੇ ਵਿਸ਼ੇ ਲਏ ਗਏ ਸੀ, ਤੇ ਨਾਲ ਦੀ ਨਾਲ ਪੰਜਾਬੀ ਦਾ ਪਹਿਲਾ ਗਜ਼ਲਕਾਰ ਹੁਣ ਆਪਾਂ ਉਹਦੀ ਗੱਲ ਕਰਨ ਲੱਗੇ ਆ। ਵਿਸ਼ੇ ਪਹਿਲਾਂ ਲਿਖੋ ਨਾਰਮਲੀ, ਉਦਾਂ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਗਜ਼ਲ ਜਦੋਂ ਮੁੱਢ ਤੋਂ ਸ਼ੁਰੂਆਤ ਹੋਈ ਆ ਗਜ਼ਲ ਦੀ ਤੇ 19ਵੀਂ ਸਦੀ ਤੱਕ ਜਦੋਂ ਰਹੀ ਆ ਗਜ਼ਲ, ਮੁੱਢ ਤੋਂ ਲੈ ਕੇ ਤੇ 19ਵੀਂ ਸਦੀ ਤੱਕ, ਉਦੋਂ ਇਹ ਕਿਹੜੇ ਵਿਸ਼ੇ ਪ੍ਰਧਾਨ ਰਹੇ ਆ ਗਜ਼ਲ ਦੇ ਵਿੱਚ? ਉਦੋਂ ਪ੍ਰੇਮੀ ਪ੍ਰੇਮਿਕਾਵਾਂ ਦੀ ਸੁੰਦਰਤਾ ਕਰਨੀ, ਰਹੱਸਵਾਦੀ, ਇਹ ਵਿਸ਼ੇ ਬਸ ਪ੍ਰਧਾਨ ਰਹੇ ਆ। ਇਹ ਤੁਸੀਂ 2-3 ਨੋਟ ਕਰ ਸਕਦੇ ਜੇ। ਇਸਤਰੀ ਮਰਦ ਦੇ ਸਬੰਧਾਂ ਤੇ ਗਜ਼ਲ ਲਿਖੀ ਗਈ ਆ, ਪਿਆਰ ਮੁਹੱਬਤ ਦੇ ਵਿਸ਼ੇ ਤੇ ਗਜ਼ਲ ਲਿਖੀ ਗਈ ਆ, ਜਾਂ ਤੁਸੀਂ ਕਹ ਲਓ ਰੂਹਾਨੀਅਤ ਦੇ ਨਾਲ ਸੰਬੰਧਿਤ ਗਜ਼ਲ ਲਿਖੀ ਗਈ ਆ ਮੁੱਢ ਤੋਂ ਲੈ ਕੇ ਤੇ 19ਵੀਂ ਸਦੀ ਤੱਕ। ਤੇ 19ਵੀਂ ਸਦੀ ਤੋਂ ਬਾਅਦ ਕੀ ਹੋਇਆ ਵਾ? ਸਮਾਜਿਕ ਜਦੋਂ ਚੇਤਨਤਾ ਆਈ ਆ ਲੇਖਕਾਂ ਦੇ ਵਿੱਚ, ਸਮਾਜਿਕ ਸਮੱਸਿਆਵਾਂ ਵੇਖੀਆਂ ਵਾ ਉਹਨਾਂ ਨੇ, ਫਿਰ ਉਹਨਾਂ ਨੇ ਸਮਾਜਿਕ ਸਮੱਸਿਆਵਾਂ ਨੂੰ ਆਧਾਰ ਬਣਾ ਕੇ, ਆਰਥਿਕਤਾ ਨੂੰ ਆਧਾਰ ਬਣਾ ਕੇ, ਜਾਂ ਤੁਸੀਂ ਕਹ ਲਓ ਰਾਜਨੀਤਿਕ ਜਿਹੜੇ ਕਾਰਨ ਆ ਉਹਨਾਂ ਨੂੰ ਆਧਾਰ ਬਣਾ ਕੇ ਵੀ ਜਿਹੜੀ ਆ ਗਜ਼ਲ ਲਿਖਣੀ ਸ਼ੁਰੂ ਕਰ ਦਿੱਤੀ ਆ। ਠੀਕ ਹੈ ਜੀ, ਇਹ ਵਿਸ਼ੇ ਗਜ਼ਲ ਦੇ ਵਿੱਚ ਜਿਹੜੇ ਆ ਲਏ ਜਾਂਦੇ ਆ। ਤੇ ਇਹ ਜਿਹੜੀ ਗਜ਼ਲ ਫਿਰ ਨਵੇਂ ਵਿਸ਼ਿਆਂ ਨੂੰ ਆਧਾਰ ਬਣਾ ਕੇ ਲਿਖੀ ਜਾਣ ਲੱਗੀ, ਇਹਨੂੰ ਆਧੁਨਿਕ ਗਜ਼ਲ ਵੀ ਕਿਹਾ ਜਾਂਦਾ ਹੈ। ਇਹ ਵੀ ਚੇਤਾ ਰੱਖਿਓ, ਨਵੇਂ ਵਿਸ਼ਿਆਂ ਨੂੰ ਜਿਹੜੀ ਗਜ਼ਲ ਆਧਾਰ ਬਣਾ ਕੇ ਲਿਖੀ ਜਾਣ ਲੱਗੀ ਇਹਨੂੰ ਆਧੁਨਿਕ ਗਜ਼ਲ ਆਪਾਂ ਕਹਿ ਦਿੱਤਾ। ਅੱਗੇ ਹੁਣ ਆ ਜਾਓ ਪੰਜਾਬੀ ਦਾ ਪਹਿਲਾ ਗਜ਼ਲਕਾਰ, ਉਹ ਕੌਣ ਆ? ਤੇ ਉਹ ਕੌਣ ਆ ਪੰਜਾਬੀ ਦਾ ਪਹਿਲਾ ਗਜ਼ਲਕਾਰ? ਤੁਹਾਨੂੰ ਮੈਂ ਦੱਸਿਆ ਸੀ 17ਵੀਂ ਸਦੀ ਦੇ ਵਿੱਚ ਆਈ ਆ ਪੰਜਾਬ ਦੇ ਵਿੱਚ ਗਜ਼ਲ, ਜਾਂ ਭਾਰਤ ਦੇ ਵਿੱਚ ਗਜ਼ਲ। ਤੇ ਪਹਿਲੇ ਗਜ਼ਲਕਾਰ ਜਿਹੜੇ ਪੰਜਾਬੀ ਦੇ ਹੋਏ ਆ ਇਹ ਆਪਣੇ ਗਜ਼ਲਗੋ ਦੇ ਵਿੱਚੋਂ, ਤੇ ਉਹ ਕਿਹੜੇ ਗਜ਼ਲਕਾਰ ਆ ਜਾਂ ਗਜ਼ਲਗੋ ਆ ਗਏ? ਸ਼ਾਹ ਮੁਰਾਦ, 17ਵੀਂ ਸਦੀ। ਉਹਨਾਂ ਦਾ ਨਾਮ ਲਿਖੋ, ਇੱਥੋਂ ਪ੍ਰਸ਼ਨ ਆ ਸਕਦਾ ਹੈ। ਸ਼ਾਹ ਮੁਰਾਦ 17ਵੀਂ ਸਦੀ, ਇਹ ਪੰਜਾਬੀ ਦੇ ਪਹਿਲੇ ਗਜ਼ਲਗੋ ਜੀ, ਚੇਤਾ ਰੱਖਿਓ। ਪੰਜਾਬੀ ਦੇ ਪਹਿਲੇ ਗਜ਼ਲਕਾਰ, ਪੰਜਾਬੀ ਦੇ ਪਹਿਲੇ ਗਜ਼ਲਗੋ ਜਿਹੜੇ ਆ ਉਹ ਹੈਗੇ ਆ ਸ਼ਾਹ ਮੁਰਾਦ। ਫਿਰ ਇਸ ਤੋਂ ਬਾਅਦ 19ਵੀਂ ਸਦੀ ਦੇ ਜੇ ਤੁਹਾਨੂੰ ਮਸ਼ਹੂਰ ਪੰਜਾਬੀ ਦੇ ਜਾਂ ਮੁੱਖ ਗਜ਼ਲਗੋ ਪੁੱਛ ਲੈਣ ਕਿਹੜੇ ਸੀ 19ਵੀਂ ਸਦੀ ਦੇ ਵਿੱਚ ਮਸ਼ਹੂਰ ਕਿਹੜੇ ਰਹੇ, ਤੇ ਉਹ ਹੈਗੇ ਨੇ ਮੌਲਾ ਬਖਸ਼ ਕੁਸ਼ਤਾ, ਉਹਨਾਂ ਦਾ ਨਾਂ ਚੇਤਾ ਰੱਖਿਓ। ਆਹ 2 ਪ੍ਰਸ਼ਨ ਜਿਹੜੇ ਬਣ ਸਕਦੇ ਆ ਇਹਦੇ ਵਿੱਚੋਂ, ਇਹ ਤੁਸੀਂ ਯਾਦ ਰੱਖਣੇ, ਮੌਲਾ ਬਖਸ਼ ਕੁਸ਼ਤਾ। ਠੀਕ ਹੈ ਜੀ, ਪੰਜਾਬੀ ਦੇ ਪਹਿਲੇ ਗਜ਼ਲਕਾਰ ਸ਼ਾਹ ਮੁਰਾਦ 17ਵੀਂ ਸਦੀ, ਤੇ 19ਵੀਂ ਸਦੀ ਦੇ ਮੁੱਖ ਜਾਂ ਮਸ਼ਹੂਰ ਗਜ਼ਲਕਾਰ ਕਿਹੜੇ ਰਹੇ ਆ? ਮੌਲਾ ਬਖਸ਼ ਕੁਸ਼ਤਾ ਹੋਣੀ। ਫਿਰ ਇਸ ਤੋਂ ਬਾਅਦ ਧਨੀ ਰਾਮ ਚਾਤ੍ਰਿਕ ਹੋਣੀ ਆ ਗਏ ਆ, ਫਿਰੋਜ਼ਦੀਨ ਸ਼ਰਫ ਆ ਗਏ ਆ, ਬਰਕਤ ਰਾਮ ਯੁਮਨ ਆ ਗਏ ਆ, ਦਰਸ਼ਨ ਸਿੰਘ ਅਵਾਰਾ ਆ ਗਏ ਆ, ਮੋਹਨ ਸਿੰਘ ਤੇ ਬਾਬਾ ਬਲਵੰਤ ਹੋਣੀ ਆ ਗਏ ਆ। ਇਹ ਉਦੋਂ ਮੁੱਖ ਰਹੇ ਆ, ਪ੍ਰਮੁੱਖ ਰਹੇ ਆ ਉਸ ਤੋਂ ਬਾਅਦ। ਤੇ ਇਸ ਤੋਂ ਬਾਅਦ ਜਿਹੜੇ ਆਧੁਨਿਕ ਗਜ਼ਲਕਾਰ ਆਪਣੇ ਕੋ ਆਏ ਆ ਉਹਨਾਂ ਦੇ ਵਿੱਚ ਜਗਤਾਰ ਹੋਣਾ ਦਾ ਨਾਮ ਆਉਂਦਾ ਵਾ, ਸੁਰਜੀਤ ਪਾਤਰ ਹੋਣਾ ਦਾ ਨਾਮ ਆ ਜਾਂਦਾ ਵਾ, ਐਸ ਤਰਸੇਮ ਹੋਣਾ ਦਾ ਨਾਮ ਆ ਜਾਂਦਾ ਵਾ, ਗੁਰਦੇਵ ਨਿਰਦਨ ਹੋਣਾ ਦਾ ਨਾਮ ਆ ਜਾਂਦਾ ਵਾ, ਤੇ ਅਸਲਮ ਹਬੀਬ ਹੋਣਾ ਦਾ ਨਾਮ ਆ ਜਾਂਦਾ। ਇਹ ਜਿਹੜੇ ਆ ਫਿਰ ਆਪਣੇ ਕੋ ਜਿਹੜੇ ਆ ਗਜ਼ਲਗੋ ਜਾਂ ਗਜ਼ਲਕਾਰ ਜਿਹੜੇ ਆ ਇਹ ਫਿਰ ਆਪਣੇ ਕੋ ਆਧੁਨਿਕ ਗਜ਼ਲਕਾਰਾਂ ਦੇ ਵਿੱਚ ਆ ਜਾਂਦੇ ਆ। ਤੇ ਇਸ ਤੋਂ ਬਾਅਦ ਇਹ 20ਵੀਂ ਸਦੀ ਦੇ ਵਿੱਚ ਜਦੋਂ ਅਖੀਰ ਤੇ ਜਾ ਕੇ, ਅਖੀਰ ਦੇ 2 ਦਹਾਕਿਆਂ ਦੇ ਵਿੱਚ, ਉਦੋਂ ਫਿਰ ਸੁਖਵਿੰਦਰ ਅੰਮ੍ਰਿਤ ਹੋਣੀ, ਸੁਸ਼ੀਲ ਰਹੇਜ਼ਾ ਹੋਣੀ, ਬਰਿੰਦਰ ਚੌਹਾਨ ਹੋਣੀ, ਹਰਦਿਆਲ ਸਾਗਰ ਹੋਣੀ, ਇਹ ਵੀ ਸ਼ਾਮਲ ਹੋ ਜਾਂਦੇ ਆ ਕੇ। ਕਾਫੀ ਜਣੇ ਆ, ਕਾਫੀਆਂ ਦੇ ਨਾਮ ਆ। ਵੈਸੇ ਮੈਂ 2-4 ਇੰਪੋਰਟੈਂਟ ਦੱਸਦੇ ਆ ਜਿਹੜੇ ਤੁਹਾਨੂੰ ਵੈਸੇ ਲੱਗੇ ਹੋਏ ਆ ਕਵਿਤਾ ਦੇ ਵਿੱਚ, ਜਿੱਦਾਂ ਜਗਤਾਰ ਹੋਣੀ ਲੱਗੇ ਆ, ਡਾਕਟਰ ਜਗਤਾਰ ਹੋਣੀ, ਸੁਰਜੀਤ ਪਾਤਰ ਹੋਣੀ ਲੱਗੇ ਹੋਏ ਆ। ਤੇ ਠੀਕ ਹੈ, ਉਹਨਾਂ ਦੇ ਨਾਮ ਮੈਂ 2-4 ਦੱਸ ਦਿੱਤੇ ਆ ਵੀ ਉਹ ਆਧੁਨਿਕ ਗਜ਼ਲਕਾਰ ਦੇ ਵਿੱਚ ਕਾਫੀ ਉਹਨਾਂ ਦਾ ਵਧੀਆ ਯੋਗਦਾਨ ਆ, ਉਹਨਾਂ ਨੇ ਵਧੀਆ ਲਿਖਿਆ ਵਾ, ਤੇ ਇਸ ਕਰਕੇ ਉਹਨਾਂ ਦੇ ਮੈਂ ਨਾਂ ਦੱਸ ਦਿੱਤੇ। ਵੈਸੇ ਇੱਥੋਂ ਪ੍ਰਸ਼ਨ ਹੀ ਬਣੂਗਾ, ਜ਼ਿਆਦਾਤਰ ਇਹਨਾਂ ਦੋਵਾਂ ਦੇ ਵਿੱਚੋਂ ਯਾਦ ਰੱਖਣਾ ਤੁਸੀਂ ਸ਼ਾਹ ਮੁਰਾਦ ਹੋਣਾ ਦਾ ਨਾਂ, ਤੇ 19ਵੀਂ ਸਦੀ ਦੇ ਵਿੱਚ ਮਸ਼ਹੂਰ ਜਿਹੜੇ ਰਹੇ ਆ ਮੌਲਾ ਬਖਸ਼ ਕੁਸ਼ਤਾ ਤੇ ਸ਼ਾਹ ਮੁਰਾਦ, ਉਹ ਆ ਪੰਜਾਬੀ ਦੇ ਪਹਿਲੇ ਗਜ਼ਲਕਾਰ। ਠੀਕ ਹੈ ਜੀ, ਇਹ ਸੀ ਆਪਣਾ ਗਜ਼ਲ ਤੇ ਜਿਹੜਾ ਲੈਕਚਰ। ਇਹਨੂੰ ਸਾਰੇ ਨੂੰ ਧਿਆਨ ਨਾਲ ਸੁਣਨਾ ਵਾ, ਇਹਨੂੰ ਜੇ ਦੁਬਾਰਾ ਲੋੜ ਪਵੇ ਇੱਕ ਵਾਰੀ ਫਿਰ ਸੁਣ ਲਿਓ, ਨਾਲ ਹੀ ਨਾਲ ਨੋਟਸ ਬਣਾ ਲਿਓ। ਤੇ ਗਜ਼ਲ 'ਚ ਇਸ ਤੋਂ ਵੱਧ ਕੁਐਸਚਨ ਮੇਰੇ ਹਿਸਾਬ ਨਾਲ ਮਾਸਟਰ ਕੈਡਰ 'ਚ ਨਹੀਂ ਆਵੇਗਾ, ਇਹ ਬਿਲਕੁਲ ਉਹ ਤੋਂ ਹਾਈ ਲੈਵਲ ਹੀ ਕਰਾਇਆ ਵਾ ਮਾਸਟਰ ਕੈਡਰ ਤੋਂ, ਹਲਕਾ ਆ। ਤੇ ਇਸ ਕਰਕੇ ਇਹਦੇ ਵਿੱਚ ਹੀ ਮਾਸਟਰ ਕੈਡਰ ਦੇ ਜਿਹੜੇ ਆ ਸਾਰੇ ਕੁਐਸਚਨ ਤੁਹਾਡੇ ਕਵਰ ਹੋ ਜਾਣੇ, ਤੁਸੀਂ ਖੁਦ ਦੇਖੋਗੇ ਜਦੋਂ ਪੇਪਰ 'ਚ ਬੈਠੋਗੇ। ਇਹ ਹੁੰਦਾ ਵਾ ਲੈਵਲ, ਇਹਨੂੰ ਵਧੀਆ ਤਰੀਕੇ ਦੇ ਨਾਲ ਇਹਨੂੰ ਰੀਡ ਕਰ ਲਿਓ, ਪੜ੍ਹ ਲਿਓ, ਤੇ ਇਹਦੇ 'ਚ ਕੋਈ ਕੁਐਸਚਨ ਤੁਹਾਡਾ ਗਲਤ ਨਹੀਂ ਹੋਏਗਾ। ਅੱਜ ਤੋਂ ਬਾਅਦ ਗਜ਼ਲ 'ਚੋਂ ਨਹੀਂ ਕਦੋਂ ਗਲਤ ਕਰਕੇ ਆਓਗੇ, ਇਹ ਗਰੰਟੀ ਆ ਜਦੋਂ ਆਹ ਲੈਕਚਰ ਲਾਓਗੇ ਤੁਸੀਂ।
ਤੇ ਇਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਤੇ ਫਿਰ ਉਹੀ ਆ ਜਾਂਦੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ, ਟੈਸਟ ਸੀਰੀਜ਼ ਜੇ ਜੁਆਇਨ ਕਰਨੀ ਆ ਉਹ ਤੁਸੀਂ ਮੈਨੂੰ ਕਾਲ ਕਰ ਲਿਓ। ਇਹਦੇ ਵਿੱਚ ਕਿਤੇ ਪ੍ਰੋਬਲਮ ਹੈ, ਗਜ਼ਲ ਦੇ ਵਿੱਚ ਕੋਈ ਕੁਐਸਚਨ ਰਹਿ ਗਿਆ ਪੁੱਟ ਕਰਨ ਵਾਲਾ, ਉਹ ਮੇਰੇ ਨੰਬਰ ਤੇ ਕਾਲ ਕਰ ਲਿਓ। ਤੁਸੀਂ ਇਹਨਾਂ ਦੇ ਜਿੱਤੇ ਮਰਜ਼ੀ ਕਾਲ ਕਰ ਲਿਓ, ਠੀਕ ਹੈ ਜੀ। ਇਹਨਾਂ ਕਿਸੇ ਵੀ ਨੰਬਰ ਤੇ ਤੁਸੀਂ ਜਿਹੜਾ ਵਾ ਕਾਲ ਕਰਕੇ ਮੇਰੇ ਨਾਲ ਜਦੋਂ ਮਰਜ਼ੀ ਗੱਲਬਾਤ ਕਰਕੇ ਪੁੱਛ ਸਕਦੇ ਜੇ। ਕੋਰਸ ਬਾਰੇ ਜਾਣਕਾਰੀ ਲੈਣੀ ਆ ਉਹ ਪੁੱਛ ਸਕਦੇ ਜੇ, ਤੇ ਟੈਸਟ ਸੀਰੀਜ਼ ਬਾਰੇ ਜਾਣਕਾਰੀ ਲੈਣੀ ਆ ਉਹ ਪੁੱਛ ਸਕਦੇ ਜੇ, ਤੇ ਗ੍ਰਾਮਰ ਦਾ ਬੈਚ ਜੁਆਇਨ ਕਰਨਾ ਵਾ ਉਹ ਪੁੱਛ ਸਕਦੇ ਜੇ। ਸਾਰੀਆਂ ਚੀਜ਼ਾਂ ਸ਼ੁਰੂ ਹੋ ਰਹੀਆਂ। ਟੈਸਟ ਸੀਰੀਜ਼ ਸੋਮਵਾਰ ਤੋਂ ਸ਼ੁਰੂ ਹੋ ਰਹੀ ਆ, ਬਹੁਤੇ ਦਿਨ ਨਹੀਂ ਰਹਿ ਗਏ। ਸਾਰੇ ਇੰਪੋਰਟੈਂਟ ਕੁਐਸਚਨ ਬਣ ਕੇ ਤੁਹਾਨੂੰ ਮਿਲ ਜਾਣੇ ਆ ਉਹਦੇ ਵਿੱਚ, ਮਾਸਟਰ ਕੈਡਰ ਲੈਵਲ ਦੇ ਸਾਰੇ ਪੂਰੇ ਸਿਲੇਬਸ ਵਿੱਚੋਂ, ਤੇ ਕਾਫੀ ਕੁਐਸਚਨ ਉਹਦੇ ਵਿੱਚ ਕਵਰ ਹੋ ਜਾਣੇ ਆ ਤੁਹਾਡੇ। ਤੇ ਜੇ ਲੈਣੀ ਹੋਗੀ ਬਾਕੀ ਉਹਦੀ ਡਿਟੇਲ 'ਚ ਮੈਂ ਇੱਕ ਵੀਡੀਓ ਵੀ ਬਣਾਈ ਆ, ਉਹ ਵੀ ਦੇਖ ਸਕਦੇ ਜੇ, ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਜੇ, ਤੇ ਉਹ ਤੁਸੀਂ ਦੇਖ ਲਿਓ ਆਪਣਾ, ਠੀਕ ਹੈ ਜੀ। ਇਹ ਸੀ ਆਪਣਾ ਅੱਜ ਦਾ ਲੈਕਚਰ। ਫਿਰ ਮਿਲਾਂਗੇ ਕੋਈ ਇਦਾਂ ਦਾ ਵਧੀਆ ਜਿਹਾ ਟੌਪਿਕ ਲੈ ਕੇ ਆਪਾਂ, ਜਿਹਦੇ ਵਿੱਚ ਆਪਾਂ ਹੋਰ ਗੱਲਬਾਤ ਕਰਾਂਗੇ ਜਿਹੜੇ ਮਾਸਟਰ ਕੈਡਰ ਨਾਲ ਸੰਬੰਧਿਤ ਜਿੰਨੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਕੋਈ। ਤੇ ਚੱਲਦੇ ਆ, ਮਿਲਦੇ ਆ ਅਗਲੇ ਲੈਕਚਰ ਦੇ ਵਿੱਚ। ਧੰਨਵਾਦ, ਸ਼ੁਕਰੀਆ।